ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੇਰਾ ਨਾਮ ਹੈ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਫੇਰ ਚਰਚਾ ਕਰਾਂਗੇ ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦੇ ਨਾਲ। ਤੇ ਅੱਜ ਦਾ ਵਿਸ਼ਾ ਰਹੇਗਾ ਤਣਾਅ, ਜਿਹੜਾ ਕਿ ਦਵਾਈਆਂ ਨੂੰ ਵੀ ਅਸਰ ਨਹੀਂ ਹੋਣ ਦੇ ਰਿਹਾ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ, ਤਣਾਅ, ਚਿੰਤਾ ਤੇ ਸਟ੍ਰੈਸ ਇੱਕ ਅਜਿਹਾ ਰੋਗ ਹੈ ਜਿਹੜਾ ਅੰਦਰੋਂ ਅੰਦਰੀ ਇਨਸਾਨ ਨੂੰ ਖਾ ਜਾਂਦਾ। ਕਿੰਨਾ ਕੁ ਸੱਚ ਹੈ ਤੇ ਕਿਉਂ ਹੋ ਜਾਂਦਾ ਹੈ? ਕੁਲਵੰਤ ਜੀ, ਇਹ ਜਿਹੜਾ ਤਣਾਅ ਹੈ ਇਹ ਸਾਡੇ ਉਪਨਿਸ਼ਦਾਂ ਤੋਂ ਲੈ ਕੇ ਗੁਰਬਾਣੀ ਤੱਕ ਬਹੁਤ ਵਰਣਨ ਹੈ ਇਹਦਾ, ਅਤੇ ਬਹੁਤ ਗੁਰੂ ਸਾਹਿਬਾਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਕਿਵੇਂ ਜਿਹੜਾ ਹੈ ਤਣਾਅ ਮੁਕਤ ਰਹਿਣਾ ਹੈ। ਔਰ ਅੱਜ ਵੀ ਮਾਡਰਨ ਮੈਡੀਕਲ ਸਾਇੰਸ ਜਿਹੜੀ ਹੈ ਜਾਂ ਮਾਡਰਨ ਸਾਇੰਸਿਸ ਜਿਹੜੀਆਂ ਉਹ ਵੀ ਜਿਹੜੀ ਸਟ੍ਰੈਸ ਮੈਨੇਜਮੈਂਟ ਦੀ ਗੱਲ ਬਹੁਤ ਜ਼ਿਆਦਾ ਫੈਸ਼ਨ ਹੋ ਗਿਆ। ਅੱਜ ਕੱਲ੍ਹ ਸਭ ਤੋਂ ਫੈਸ਼ਨੇਬਲ ਟੌਪਿਕ ਕੀ ਹੈ? ਸਟ੍ਰੈਸ ਮੈਨੇਜਮੈਂਟ। ਕਿਉਂਕਿ ਸਟ੍ਰੈਸ, ਹਰ ਬੰਦਾ ਸਟ੍ਰੈਸ 'ਚ ਹੈ। ਤਾਂ ਸਟ੍ਰੈਸ ਜਿਹੜਾ ਹੈ, ਜਦੋਂ ਸਟ੍ਰੈਸ 'ਚ ਅਸੀਂ ਹੁੰਦੇ ਹਾਂ ਤਾਂ ਸਟ੍ਰੈਸ ਦਾ ਮਤਲਬ ਕੀ ਹੈ ਕਿ ਤੁਸੀਂ ਆਪਣੀ ਸਿਚੁਏਸ਼ਨ ਜੋ ਤੁਹਾਡੇ ਆਲੇ ਦੁਆਲੇ ਹੈ ਉਹਨੂੰ ਬਹੁਤ ਸਹਿਜ ਸੁਭਾਅ 'ਚ ਮੈਨੇਜ ਨਹੀਂ ਕਰ ਪਾ ਰਹੇ, ਅਤੇ ਤੁਹਾਡੀ ਬਾਡੀ ਨੂੰ ਓਵਰ ਕੰਮ ਕਰਨਾ ਪੈ ਰਿਹਾ, ਜਿਹਨੂੰ ਕਹਿੰਦੇ ਸਹਿਜ ਸੁਭਾਅ ਜਾਂ ਰੂਟੀਨ 'ਚ ਕੰਮ ਕਰਨ ਦੀ ਬਜਾਏ ਤੁਸੀਂ ਬਹੁਤ ਜ਼ਿਆਦਾ ਹਾਈਪਰ ਹੋ ਕੇ ਹਾਈ ਹੋ ਕੇ ਕੰਮ ਕਰਨਾ ਪੈਂਦਾ ਤੁਹਾਨੂੰ ਤਣਾਅ 'ਚ ਰਹਿ ਕੇ। ਅਤੇ ਉਹਦਾ ਨੈਟ ਰਿਜ਼ਲਟ ਕੀ ਹੁੰਦਾ? ਜਦੋਂ ਤੁਸੀਂ ਤਣਾਅ 'ਚ ਰਹਿੰਦੇ ਆ ਤਾਂ ਉਹਨੂੰ ਕਹਿੰਦੇ ਬਰਨ ਆਊਟ, ਕਿ ਤੁਹਾਡੀ ਬਾਡੀ ਦੇ ਅੰਦਰ ਜਦੋਂ ਕੰਮ ਕਰਨਾ ਹੁੰਦਾ, ਤੁਸੀਂ ਤਣਾਅ 'ਚ ਕੰਮ ਕਰਦੇ ਹੋ ਤਾਂ ਥੋੜ੍ਹੇ ਹਾਰਮੋਨਸ ਹੁੰਦੇ ਆ। ਤਣਾਅ ਦਾ ਜਿਹੜਾ ਮੈਕੈਨਿਜ਼ਮ ਦਿੱਤਾ ਕੁਦਰਤ ਨੇ, ਉਹ ਦਿੱਤਾ ਐਮਰਜੈਂਸੀ ਵਾਸਤੇ। ਉਹਨੂੰ ਕਹਿੰਦੇ ਫਾਈਟ ਐਂਡ ਫਾਈਟ ਔਰ ਫਲਾਈਟ। ਮਤਲਬ ਕੀ ਹੁੰਦਾ ਕਿ ਜਦੋਂ ਤੁਸੀਂ ਕਿਸੇ ਖਾਸ ਹਾਲਾਤ 'ਚੋਂ, ਜਿੱਥੇ ਤੁਹਾਨੂੰ ਖਤਰਾ ਹੈ, ਤਾਂ ਕੁਦਰਤ ਨੇ ਤੁਹਾਨੂੰ ਦੋ ਤਰੀਕੇ ਦਿੱਤੇ ਆ ਉਹਦੇ ਤੋਂ ਬਚਣ ਦੇ। ਜਾਂ ਤਾਂ ਲੜੋ, ਫਾਈਟ, ਔਰ ਫਲਾਈਟ, ਜਾਂ ਭੱਜੋ, ਹਾਲਾਤ 'ਚੋਂ ਭੱਜੋ। ਦੋਨੋਂ ਵਾਸਤੇ ਐਨਰਜੀ ਚਾਹੀਦੀ ਹੈ, ਦੋਨੋਂ ਵਾਸਤੇ ਖਾਸ ਕਿਸਮ ਦੇ ਹਾਰਮੋਨ ਚਾਹੀਦੇ ਆ, ਜਿਹਨੂੰ ਅਸੀਂ ਸਟ੍ਰੈਸ ਹਾਰਮੋਨਸ ਕਹਿੰਦੇ ਹਾਂ। ਉਹ ਹਾਰਮੋਨ ਜਿਹੜੇ ਹੁੰਦੇ ਆ ਸੀਮਿਤ ਕੁਆਂਟਿਟੀ 'ਚ ਬਾਡੀ 'ਚ ਸਟੋਰਡ ਹੁੰਦੇ ਆ, ਅਤੇ ਜਦੋਂ ਤੁਹਾਨੂੰ ਫਾਈਟ ਐਂਡ ਫਲਾਈਟ ਦੇ ਮੋਡ 'ਚ ਜਾਣਾ ਪੈਂਦਾ ਹੈ ਤਾਂ ਉਹ ਥੋੜ੍ਹੇ ਚਿਰ 'ਚ ਖਤਮ ਹੋ ਜਾਂਦੇ ਆ, ਅਤੇ ਫਿਰ ਤੁਹਾਨੂੰ ਬਹੁਤ ਜ਼ਿਆਦਾ ਥਕਾਵਟ ਹੋਏਗੀ, ਬਹੁਤ ਜ਼ਿਆਦਾ ਡਿਪਰੈਸ਼ਨ ਹੋਏਗੀ। ਤੁਸੀਂ ਮਤਲਬ ਤੁਹਾਡਾ ਜੀਅ ਨਹੀਂ ਕਰੇਗਾ ਬੈਠਣ ਨੂੰ, ਸੌਣ ਨੂੰ ਜੀਅ ਕਰੇਗਾ। ਤਾਂ ਉਹ ਬਹੁਤ ਜ਼ਿਆਦਾ ਜਿਹੜਾ ਮੈਕੈਨਿਜ਼ਮ ਹੈ ਇੱਦਾਂ ਦਾ ਹੁੰਦਾ। ਲੇਕਿਨ ਅੱਜ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਕਰੋਨਿਕ ਸਟ੍ਰੈਸ ਚਲੇ ਗਏ ਹਾਂ। ਉਹ ਜਿਹੜਾ ਫਾਈਟ ਐਂਡ ਫਲਾਈਟ ਬਣਿਆ ਸੀਗਾ ਅਕਿਊਟ ਵਾਸਤੇ, ਕੁਛ ਚੰਦ ਮਿੰਟਾਂ ਵਾਸਤੇ ਜਾਂ ਚੰਦ ਘੰਟਿਆਂ ਵਾਸਤੇ, ਉਹ ਸਾਨੂੰ ਸਾਰਾ ਦਿਨ ਚੱਲੀ ਜਾਂਦਾ। ਇੱਥੋਂ ਤੱਕ ਅਸੀਂ ਤਣਾਅ ਚਲੇ ਗਏ ਹਾਂ ਕਿ ਸਾਡੇ ਸੁਪਨੇ ਵੀ ਸਾਨੂੰ ਤਣਾਅ ਦੇ ਹੀ ਆਉਂਦੇ ਆ। ਤਾਂ ਉਸ ਕਰਕੇ ਜਿਹੜਾ ਸਾਡਾ ਜਿਹੜਾ ਸਿਸਟਮ ਹੈ ਗੜਬੜਾ ਰਿਹਾ, ਅਤੇ ਉਹਦੀ ਮੈਨੇਜਮੈਂਟ ਅਗਰ ਨਹੀਂ ਅੱਜ ਦਾ ਮਨੁੱਖ ਸਿੱਖਦਾ ਤਾਂ ਉਹ ਮਨੁੱਖ, ਮੈਂ ਸਮਝਦਾ ਕਿ ਜ਼ਿੰਦਗੀ 'ਚ ਕਦੀ ਵੀ ਸੁਖੀ ਨਹੀਂ ਰਹਿ ਸਕਦਾ। ਇਕੱਲਾ ਇਹ ਨਹੀਂ ਵੀ ਸੁਖੀ ਨਹੀਂ ਰਹਿ ਸਕਦਾ, ਉਹ ਬਿਮਾਰੀਆਂ ਤੋਂ ਪੀੜਤ ਹੋਏਗਾ, ਔਰ ਬਿਮਾਰੀਆਂ ਦਾ ਜਿਹੜਾ ਇਲਾਜ ਕਰੇਗਾ, ਉਹ ਇਲਾਜ ਵੀ ਕਾਰਗਰ ਨਹੀਂ ਹੋਣੇ। ਅਸੀਂ ਇੱਥੇ ਦੇਖ ਰਹੇ ਹਾਂ ਕਿ ਅਸੀਂ ਡਾਈਟ ਨਾਲ ਸਾਰੇ ਮਰੀਜ਼ ਠੀਕ ਹੋ ਜਾਂਦੇ ਆ। ਜਦੋਂ ਸਾਡੇ ਕੋਲ 10% ਇਹੋ ਜਿਹੇ ਮਰੀਜ਼ ਆਉਂਦੇ ਆ ਜਿਹੜੇ ਕਿ ਠੀਕ ਨਹੀਂ ਹੁੰਦੇ, ਉਹ ਕਹਿੰਦੇ ਸਭ ਕੁਝ ਕੀਤਾ, ਅਸੀਂ ਦੇਖਦੇ ਹਾਂ ਕਿ ਸਭ ਕੁਝ ਡਾਈਟ ਵੀ ਖਾ ਰਿਹਾ, ਪਰਹੇਜ਼ ਵੀ ਕਰ ਰਿਹਾ, ਸਭ ਕੁਝ ਕਰ ਰਿਹਾ, ਠੀਕ ਨਹੀਂ ਹੋ ਰਿਹਾ। ਤਾਂ ਜਦੋਂ ਉਹਨੂੰ ਥੋੜ੍ਹਾ ਜਿਹਾ ਘੋਖਦੇ ਆ ਤਾਂ ਪਤਾ ਲੱਗਦਾ ਕਿ ਬਹੁਤ ਜ਼ਿਆਦਾ ਤਣਾਅ 'ਚ ਆ ਉਹ। ਤਾਂ ਤਣਾਅ ਵਾਲੇ ਪੇਸ਼ੈਂਟ ਨੂੰ ਡਾਈਟ ਵੀ ਅਸਰ ਨਹੀਂ ਕਰ ਰਹੀ। ਤਾਂ ਇਹ ਗੱਲ ਜਿਹੜੀ ਹੈ, ਤੁਸੀਂ ਜਿਹੜਾ ਵਿਸ਼ਾ ਲਿੱਤਾ ਹੈ ਤਣਾਅ ਵਾਲਾ, ਇਹ ਬਹੁਤ ਵਧੀਆ ਵਿਸ਼ਾ ਹੈ, ਕਿਉਂਕਿ ਜਦ ਤੱਕ ਤੁਸੀਂ ਇਹਨੂੰ ਡੀਲ ਕਰਨ ਦੀਆਂ ਟਿਪਸ ਨਹੀਂ ਸਿੱਖਦੇ, ਗੁਰ ਨਹੀਂ ਸਿੱਖਦੇ, ਤਦ ਤੱਕ ਤੁਸੀਂ ਬਿਮਾਰੀ ਮੁਕਤ ਜਾਂ ਸਿਹਤਮੰਦ ਨਹੀਂ ਰਹਿ ਸਕਦੇ। ਔਰ ਇਕੱਲਾ ਬਿਮਾਰੀ ਮੁਕਤ ਅਤੇ ਸਿਹਤਮੰਦ ਹੀ ਨਹੀਂ, ਤਣਾਅ ਜਿਹੜਾ ਉਹ ਤੁਹਾਨੂੰ ਬਹੁਤ ਪੇਨਫੁਲ ਹੁੰਦਾ, ਕਿਉਂਕਿ ਉਹਦੇ ਤੁਹਾਨੂੰ ਕੋਈ ਵੀ ਕੰਮ ਚੰਗਾ ਨਹੀਂ ਲੱਗਦਾ। ਬਸ ਤੁਹਾਡੀ ਬੋਲਿਆਂ ਵਾਂਗੂ, ਪਾਗਲਾਂ ਵਾਂਗੂ ਇੱਕੋ ਗੱਲ ਤਾਂ ਤੁਹਾਨੂੰ ਜੁੜੀ ਹੁੰਦੀ ਹੈ। ਤੁਹਾਨੂੰ ਆਸੇ ਪਾਸੇ ਕੁਛ ਨਹੀਂ ਦਿਖ ਰਿਹਾ ਹੁੰਦਾ, ਨਾ ਤੁਹਾਨੂੰ ਦੋਸਤ ਦਿਸੇ, ਨਾ ਕੋਈ ਭੈਣ ਦਿਸੇ, ਨਾ ਭਰਾ ਦਿਸੇ, ਨਾ ਮਾਂ ਦਿਸੇ। ਤੁਹਾਨੂੰ ਇੱਕੋ ਹੀ ਗੱਲ 'ਤੇ ਜ਼ੋਰ ਲਾਉਣਾ ਪੈਂਦਾ ਕਿ ਉਹ ਜਿਹੜਾ ਸਾਰੀ ਤੁਹਾਡੀ ਊਰਜਾ ਇੱਕੋ ਗੱਲ 'ਤੇ ਲੱਗ ਜਾਂਦੀ ਹੈ। ਉਹਦਾ ਤੁਹਾਡਾ ਪਰਿਵਾਰਕ ਰਿਸ਼ਤੇ ਡਿਸਟਰਬ ਹੁੰਦੇ ਆ, ਤੁਹਾਡੇ ਸੋਸ਼ਲ ਸਮਾਜਿਕ ਰਿਸ਼ਤੇ ਡਿਸਟਰਬ ਹੁੰਦੇ ਆ। ਤੁਸੀਂ ਇੱਕ ਖੁਸ਼ੀ ਦੀ ਮਾਹੌਲ 'ਚ ਸਹਿਜ, ਜਿਹਨੂੰ ਕਹਿੰਦੇ ਆ ਸਹਿਜ ਹੁੰਦਾ ਕਿ ਕੁਦਰਤ ਸਾਰੀ ਸਹਿਜ 'ਚ ਹੈ। ਕੁਦਰਤ ਦੇ ਵਿੱਚ ਕੋਈ ਤਣਾਅ ਨਹੀਂ ਹੈ। ਤੁਸੀਂ ਕੁਦਰਤ ਨੂੰ ਅਬਜ਼ਰਵ ਕਰਕੇ ਦੇਖੋ ਤਾਂ ਕੁਦਰਤ ਸਹਿਜ 'ਚ ਹੈ, ਸਾਰੀ ਕੋਸਮੋਸ ਸਹਿਜ 'ਚ ਹੈ। ਉਹ ਸਾਰੀ ਰਚਨਾ ਜਿਹੜੀ ਹੈ ਉਹ ਸਹਿਜ 'ਚ ਹੈ, ਕੁਦਰਤ ਵੀ ਸਹਿਜ 'ਚ ਹੈ, ਹਰ ਚੀਜ਼ ਸਹਿਜ 'ਚ ਹੈ। ਤੁਸੀਂ ਇਕੱਲੇ ਤਣਾਅ 'ਚੋਂ, ਤਾਂ ਉਹ ਜਿਹੜਾ ਉਹਦੇ 'ਚ ਫਿਰ ਜਿਹੜਾ ਉਹ ਡਿਸਪੈਰਿਟੀ ਆ ਜਾਂਦੀ ਹੈ, ਜਿਹੜਾ ਉਹ ਮਿਸਮੈਚ ਹੋ ਜਾਂਦਾ ਹੈ, ਉਹ ਬਹੁਤ ਪੇਨਫੁਲ ਵੀ ਹੁੰਦਾ, ਔਰ ਬਹੁਤ ਫਿਰ ਅਲਟੀਮੇਟਲੀ ਬੰਦੇ ਨੂੰ ਬਿਮਾਰੀਆਂ ਦਾ ਕਾਰਨ ਵੀ ਬਣਦਾ। ਡਾਕਟਰ ਸਾਹਿਬ, ਤੁਸੀਂ ਸਟ੍ਰੈਸ ਹਾਰਮੋਨਸ ਦੀ ਗੱਲ ਕੀਤੀ ਹੈ। ਸਟ੍ਰੈਸ ਹਾਰਮੋਨਸ, ਤਣਾਅ ਵਾਲੇ ਜਿਹੜੇ ਨੇ ਉਹ ਅੰਦਰੋਂ ਹਾਰਮੋਨਸ ਜਿਹੜੇ ਨੇ ਉਹ ਰਿਲੀਜ਼ ਕਰਦੀ ਹੈ ਬਾਡੀ, ਤਾਂ ਕਿ ਉਸ ਨੂੰ ਉਸ ਸਮੇਂ ਦੇ ਦੌਰਾਨ ਜਿਹੜਾ ਉਹ ਕਿਸੇ ਤਰੀਕੇ ਜਿਹੜਾ ਉਹ ਸਮੇਂ ਨੂੰ ਅੱਗੋਂ ਕੱਢ ਲਿੱਤਾ ਜਾਵੇ। ਕੀ ਸਟ੍ਰੈਸ ਹਾਰਮੋਨਸ ਜਿਹੜੇ ਨਿਕਲਦੇ ਨੇ ਜਦੋਂ ਬਾਡੀ ਦੇ ਅੰਦਰੋਂ ਹਾਰਮੋਨ ਰਿਲੀਜ਼ ਕਰਨ ਵਾਲੇ ਗਲੈਂਡ ਦੇ ਵਿੱਚੋਂ, ਕੀ ਉਹ ਸਟ੍ਰੈਸ ਹਾਰਮੋਨਸ ਕੁਛ ਪਾਵਰ ਨਾਲ ਲਈ ਹੁੰਦੀ ਹੈ, ਬਾਡੀ ਦੀ ਪਾਵਰ ਨਾਲ ਵਿੱਚੋਂ ਲੈ ਕੇ ਅੰਦਰੋਂ ਬਾਹਰ ਨਿਕਲਦੇ ਨੇ? ਜਿਹੜਾ ਬੰਦਾ ਇੱਕਦਮ ਥੱਕ ਜਾਂਦਾ, ਬੁਰੇ ਹਾਲ ਹੋ ਜਾਂਦੇ ਨੇ, ਸਾਰੀ ਬਾਡੀ ਦੀ ਪਾਵਰ ਖਿੱਚ ਕੇ ਉਹਦੇ ਵਿੱਚ ਆ ਜਾਂਦੀ ਹੁੰਦੀ ਹੈ? ਨਹੀਂ, ਪਹਿਲਾਂ ਉਲਟ ਹੁੰਦਾ। ਜਦੋਂ ਸਟ੍ਰੈਸ ਹਾਰਮੋਨਸ ਪੀਕ 'ਤੇ ਨੇ, ਉਦੋਂ ਕੋਈ ਨਹੀਂ ਥੱਕਦਾ। ਉਦੋਂ ਉਹਨੂੰ
ਉਹਨੂੰ ਪਾਵਰ ਕੁਦਰਤ ਨੇ ਉਹਨੂੰ ਪਾਵਰ ਦਿੱਤੀ ਨਾ, ਇਹਨੂੰ ਸਰਵਾਈਵਲ ਪ੍ਰੋ ਸਰਵਾਈਵਲ ਕਹਿੰਦੇ ਆ ਕਿ ਜੇ ਤੁਹਾਡੀ ਜਾਨ ਨੂੰ ਕੋਈ ਖਤਰਾ ਹੈ, ਤੁਹਾਨੂੰ ਕੋਈ ਸੱਟ ਫੇਟ ਮਾਰ ਸਕਦਾ, ਤੁਹਾਨੂੰ ਕੋਈ ਇੰਜਰ ਕਰ ਸਕਦਾ, ਤਾਂ ਤੁਹਾਨੂੰ ਕੁਦਰਤ ਨੇ ਇੱਕ ਮੈਕੈਨਿਜ਼ਮ ਦਿੱਤਾ ਹੈ ਕਿ ਉਹ ਸਟ੍ਰੈਸ 'ਚ ਆ ਕੇ ਤੁਸੀਂ ਇੱਕ ਵਾਰੀ ਤੁਹਾਨੂੰ ਭੁੱਖ ਲੱਗਣੀ ਬੰਦ, ਪਿਆਸ ਲੱਗਣੀ ਬੰਦ, ਜੇ ਸੁਸੂ ਪਿਸ਼ਾਬ ਆਇਆ ਤਾਂ ਸੁਸੂ ਲੈਟਰਨ ਆਈ ਹੈ ਉਹ ਇੱਕ ਵਾਰੀ ਬੰਦ ਹੋ ਜਾਂਦੇ ਆ, ਤੁਹਾਨੂੰ ਫੀਲਿੰਗ ਹੋਣੀ ਬੰਦ ਹੋ ਜਾਏਗੀ, ਤੁਹਾਨੂੰ ਤੁਹਾਡੇ ਪੱਠੇ ਜਿਹੜੇ ਨੇ ਉਹ ਇੰਨੇ ਪਾਵਰਫੁਲ ਹੋ ਜਾਣਗੇ ਕਿ ਤੁਸੀਂ ਭੱਜ ਸਕਦੇ ਹੋ, ਦੌੜ ਸਕਦੇ ਹੋ। ਉਹ ਸਟ੍ਰੈਸ ਦੇ ਵਿੱਚ ਆਇਆ ਬੰਦਾ ਜਿਹੜਾ ਇੰਨੀ ਉੱਚੀ ਕੰਧ 'ਤੇ ਟੱਪ ਜਾਂਦਾ ਜਿੰਨਾ ਉਹ ਬਾਅਦ 'ਚ ਆਪ ਹੀ ਹੈਰਾਨ ਹੁੰਦਾ ਵੀ ਮੈਂ ਐਡੀ ਉੱਚੀ ਕੰਧ ਤੋਂ ਛਾਲ ਕਿਵੇਂ ਮਾਰ ਗਿਆ, ਤਾਂ ਉਸ ਵੇਲੇ ਪੂਰੀ ਪਾਵਰ ਆਈ ਹੁੰਦੀ ਹੈ। ਬੋਡੀ ਦੀ ਸਾਰੀ ਪਾਵਰ ਸਟ੍ਰੈਸ ਜਿਹੜੀ ਹੈ ਉਹ ਸਟ੍ਰੈਸ ਹਾਰਮੋਨਸ ਜਿਹੜੀ ਹੈ ਸਾਰੀ ਬੋਡੀ 'ਚ ਪਾਵਰ ਭਰ ਦਿੰਦੀ ਹੈ। ਉਹ ਫਾਈਟ ਜਾਂ ਫਲਾਈਟ, ਜੇ ਤਾਂ ਲੜਨ ਵਾਸਤੇ ਵੀ ਪਾਵਰ ਚਾਹੀਦੀ ਹੈ, ਭੱਜਣ ਵਾਸਤੇ ਵੀ ਪਾਵਰ ਚਾਹੀਦੀ ਹੈ, ਤਾਂ ਉਹ ਦਿੰਦੀ ਹੈ। ਲੇਕਿਨ ਉਹਦਾ ਜੋ ਸੀਮਤ, ਉਹਦੀ ਜਿਹੜੀ ਸਮਰੱਥਾ ਹੈ ਉਹ ਸੀਮਤ ਹੈ, ਉਹ ਹਰ ਬੰਦੇ ਦੀ ਅੱਡ ਅੱਡ ਹੈ। ਵੱਧ ਤੋਂ ਵੱਧ ਕੁਛ ਘੰਟੇ ਹੁੰਦੀ ਆ, ਦਿਨਾਂ 'ਚ ਵੀ ਹੁੰਦੀ, ਕੁਛ ਮਿੰਟਾਂ ਤੋਂ ਲੈ ਕੇ ਕੁਛ ਘੰਟੇ। ਜਿਹੜਾ ਬਜ਼ੁਰਗ ਆਦਮੀ ਉਹਦੀ ਫਾਈਟ ਐਂਡ ਫਲਾਈਟ ਬਹੁਤ ਵੀਕ ਹੋ ਜਾਂਦੀ ਹੈ, ਉਹ ਤੋਂ ਕੁਛ ਮਿੰਟਾਂ ਬਾਅਦ ਹੀ ਐਗਜ਼ੌਸਟ ਹੋ ਜਾਏਗਾ। ਜਿਹੜਾ ਕੋਈ ਜਵਾਨ ਬੰਦਾ ਕੁਛ ਘੰਟੇ ਹੋ ਜਾਏਗਾ, ਲੇਕਿਨ ਅਲਟੀਮੇਟਲੀ ਉਹ ਫਿਰ ਉਹਨੂੰ ਉਸ ਤੋਂ ਬਾਅਦ ਰਿਵਰਸ ਹੋਏਗਾ, ਉਹਨੂੰ ਐਕਸਟ੍ਰੀਮ ਥਕਾਵਟ ਹੋਏਗੀ, ਐਕਸਟ੍ਰੀਮ ਪਸੀਨਾ ਆਏਗਾ, ਉਹਦਾ ਸੌਣ ਨੂੰ ਜੀ ਕਰੇਗਾ, ਉਹਨੂੰ ਭੁੱਖ ਲੱਗੇਗੀ, ਉਹਨੂੰ ਪਿਆਸ ਲੱਗੇਗੀ, ਉਹਨੂੰ ਸੱਸੂ ਪੱਟੀ ਦਾ ਜ਼ੋਰ ਪਏਗਾ, ਹਰ ਚੀਜ਼ ਜਿਹੜੀ ਫਿਰ ਉਲਟ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਜਿਹੜਾ ਰੁਕਿਆ ਹੋਇਆ ਸੀ ਕੁਛ ਚਿਰ ਲਈ ਸਾਰਾ ਸਿਸਟਮ, ਉਹ ਸਿਸਟਮ ਫਿਰ ਦੁਬਾਰਾ ਕੰਮ ਕਰਦਾ। ਤਾਂ ਉਸ ਕਰਕੇ ਫਿਰ ਉਹ ਜਿਹੜਾ ਹੈ ਉਹ ਸਿਸਟਮ ਜਿਹੜਾ ਉਹ ਇੱਕ ਵਾਰੀ ਤੁਹਾਡਾ ਫਾਈਟ ਐਂਡ ਫਲਾਈਟ ਵਾਲਾ ਇੱਕ ਵਾਰੀ ਖਤਮ ਹੋ ਜਾਂਦਾ। ਲੇਕਿਨ ਜਿਹੜਾ ਉਸ ਤੋਂ ਜਿਹੜਾ ਸਾਡੀ ਜਿਹੜੀ ਚਿੰਤਾ ਦਾ ਵਿਸ਼ਾ ਹੋਗਾ ਕਰੋਨਿਕ ਸਟ੍ਰੈਸ, ਕਿ ਇਸੇ ਮੈਕੈਨਿਜ਼ਮ ਨੂੰ ਅਸੀਂ ਅਗਰ ਲਗਾਤਾਰ ਬਾਡੀ ਤੋਂ ਡਿਮਾਂਡ ਕਰੀ ਜਾ ਰਹੇ ਹਾਂ ਕਿ 24 ਘੰਟੇ ਅਸੀਂ ਉਹ ਡਿਮਾਂਡ ਕਰ ਰਹੇ ਹਾਂ ਵੀ ਸਾਨੂੰ ਸਟ੍ਰੈਸ ਹਾਰਮੋਨ ਦੇਵੇ, ਬਾਡੀ ਨਹੀਂ ਹੋ ਸਕਦਾ, ਕਿਉਂਕਿ ਖਤਮ ਹੋ ਜਾਂਦੇ ਆ, ਫਿਰ ਦੁਬਾਰਾ ਬਣਾਉਣੇ ਪੈਂਦੇ ਆ। ਉਹਦੇ ਲਈ ਰੈਸਟ ਚਾਹੀਦੀ ਹੈ, ਉਹਦੇ ਲਈ ਪੂਰੀ ਕੰਪਲੀਟ ਰੈਸਟ ਚਾਹੀਦੀ ਹੈ। ਉਹ ਕੰਪਲੀਟ ਰੈਸਟ ਜਿਹੜੀ ਹੋਏਗੀ, ਕੰਪਲੀਟ ਅੱਛਾ ਖਾਣਾ ਖਾਵਾਂਗੇ, ਪਾਣੀ ਪੀਵਾਂਗੇ, ਜਿਹੜੇ ਟੌਕਸਿਨ ਬਣ ਗਏ, ਜੋ ਸਟ੍ਰੈਸ ਹਾਰਮੋਨਸ ਕੰਮ ਕਰਦੇ ਆ ਤਾਂ ਟੌਕਸਿਨ ਬਣਦੇ, ਬਹੁਤ ਜ਼ਿਆਦਾ ਜ਼ਹਿਰ ਬਣਦੇ ਸਰੀਰ ਦੇ ਵਿੱਚ ਹੀ, ਚਾਹੇ ਉਹ ਪੱਠੇ ਦੌੜਨ ਕਰਕੇ ਬਣਦੇ ਆ ਜਾਂ ਲੜਨ ਕਰਕੇ ਬਣਦੇ ਆ ਜਾਂ ਤਣਾਅ 'ਚ ਰਹਿਣ ਕਰਕੇ ਬਣਦੇ ਆ, ਬਹੁਤ ਜ਼ਿਆਦਾ ਉਹਦੇ 'ਚ ਟੌਕਸਿਕ ਸਬਸਟੈਂਸਿਸ ਬਣ ਜਾਂਦੇ ਆ, ਉਹ ਫਿਰ ਬਾਹਰ ਕੱਢਣੇ ਹੁੰਦੇ, ਬਾਹਰ ਵੀ ਕੱਢਣੇ ਪੈਂਦੇ ਆ। ਸੋ ਸਾਰਾ ਕੰਮ ਹੋਏਗਾ ਤਾਂ ਦੁਬਾਰਾ ਤੁਹਾਡੀ ਜਾ ਕੇ ਫਿਰ ਤੋਂ ਤੁਸੀਂ ਨਵੇਂ ਸਿਰੇ ਤੋਂ ਉਹ ਉਸ ਅਵਸਥਾ 'ਚ ਓਰੀਜਨਲ ਅਵਸਥਾ 'ਚ ਆਓਗੇ। ਸੋ ਇਸ ਕਰਕੇ ਸਾਡੀ ਚਿੰਤਾ ਇਹ ਹੈ ਕਿ ਕਰੋਨਿਕ ਸਟ੍ਰੈਸ ਤੋਂ ਕਿਵੇਂ ਬਚਿਆ ਜਾਵੇ, ਕਿਉਂਕਿ ਕਰੋਨਿਕ ਅਕਿਊਟ ਸਟ੍ਰੈਸ ਤਾਂ ਹੋ ਸਕਦਾ, ਕਿਸੇ ਨੂੰ ਵੀ ਹੋ ਸਕਦਾ, ਕਿਸੇ ਵੇਲੇ ਵੀ ਹੋ ਸਕਦਾ, ਔਰ ਚੰਗੀ ਗੱਲ ਆ, ਉਹ ਚੰਗੀ ਗੱਲ ਹੈ, ਤੁਹਾਨੂੰ ਬਚਾਉਣ ਵਾਸਤੇ ਹੈ। ਲੇਕਿਨ ਕਰੋਨਿਕ ਸਟ੍ਰੈਸ ਜਿਹੜਾ ਉਹ ਤੁਹਾਡੀ ਮਿਸਮੈਨੇਜਮੈਂਟ ਹੈ, ਤੁਸੀਂ ਆਪਣੇ ਲਾਈਫ ਨੂੰ ਮਿਸਮੈਨੇਜ ਕਰ ਰਹੇ ਹੋ, ਅਤੇ ਮਿਸਮੈਨੇਜਮੈਂਟ ਹੋਣ ਕਰਕੇ ਤੁਹਾਨੂੰ ਜਿਹੜੀ ਚੀਜ਼ ਤੁਸੀਂ ਸਹਿਜ ਕਰ ਸਕਦੇ ਸੀਗੇ, ਆਰਾਮ ਨਾਲ ਕਰ ਸਕਦੇ ਸੀ, ਉਹਨੂੰ ਤੁਸੀਂ ਓਵਰ ਕਰਕੇ ਤਣਾਅ 'ਚ ਆ ਕੇ ਕਰ ਰਹੇ ਹੋ। ਤਾਂ ਉਸ ਅਵਸਥਾ ਜਿਹੜੀ ਆ ਉਹ ਚੀਜ਼ ਠੀਕ ਨਹੀਂ ਹੈ। ਉਹ ਜਿੱਥੇ ਤੁਹਾਨੂੰ ਐਗਜ਼ੌਸਟ ਕਰੇਗੀ, ਜਿੱਥੇ ਤੁਹਾਡੇ ਅੰਦਰ ਇੱਕ ਫੀਲਿੰਗ ਰਹੇਗੀ ਕਿ ਥੱਕੇ ਟੁੱਟੇ ਹੱਡ ਪੈਰ ਟੁੱਟਦੇ ਆ, ਸਿਰ ਦੁਖ ਰਿਹਾ ਹੈ, ਬਾਡੀ ਦੁਖ ਰਹੀ ਹੈ, ਕੋਈ ਚੰਗਾ ਨਹੀਂ ਲੱਗ ਰਿਹਾ, ਤੁਹਾਨੂੰ ਕੋਈ ਚੰਗਾ ਨਹੀਂ ਲੱਗ ਰਿਹਾ, ਖੁਸ਼ੀ ਨਹੀਂ ਉੱਠ ਰਹੀ, ਹਾਸਾ ਨਹੀਂ ਆ ਰਿਹਾ, ਤਾਂ ਇਹ ਸਾਰੇ ਜਿਹੜੇ ਨੇ ਇਹ ਜਿਹੜੇ ਬਰਨਆਊਟ ਜਿਵੇਂ ਹੁੰਦਾ, ਉਹ ਸਾਰੇ ਸਿੰਪਟਮ ਆਉਣਗੇ ਜਿਹੜੇ ਕਿ ਬਹੁਤ ਮਾੜੇ ਨੇ। ਅਤੇ ਉਸ ਵਾਸਤੇ ਸਾਨੂੰ ਕੁਛ ਟਿਪਸ ਚਾਹੀਦੀਆਂ ਨੇ ਕਿ ਅਸੀਂ ਕਰੋਨਿਕ ਸਟ੍ਰੈਸ ਤੋਂ ਬਚ ਸਕੀਏ। ਹਾਂ, ਤੁਸੀਂ ਡਾਕਟਰ ਸਾਹਿਬ ਗੱਲ ਕੀਤੀ ਹੈ ਕਿ ਬਾਡੀ ਨੂੰ ਰੈਸਟ ਚਾਹੀਦੀ ਹੁੰਦੀ ਹੈ। ਜਦੋਂ ਕਰੋਨਿਕ ਸਟ੍ਰੈਸ ਜਿਹੜਾ ਬੰਦਾ ਆ ਜਾਂਦਾ, ਬਾਡੀ ਜਿਹੜੀ ਉਹ ਰੈਸਟ ਮੰਗਦੀ ਹੈ ਤਾਂ ਕਿ ਦੁਬਾਰਾ ਐਨਰਜੀ ਜਨਰੇਟ ਕਰ ਸਕੇ। ਐਲੋਪੈਥੀ ਦੇ ਵਿੱਚ ਤਾਂ ਹੀ ਜਿਹੜੀਆਂ ਨੇ ਉਹ ਦਵਾਈਆਂ ਜਿਹੜੀਆਂ ਨੇ ਉਹ ਨੀਂਦ ਲਿਆਉਣ ਲਈ ਦਿੱਤੀਆਂ ਜਾਂਦੀਆਂ ਵੀ ਬੰਦਾ ਸੌਂ ਜਾਏਗਾ ਅਤੇ ਉਹਨੂੰ ਰੈਸਟ ਮਿਲੇਗੀ ਤਾਂ ਦੁਬਾਰਾ ਬਾਡੀ ਜਿਹੜੀ ਆ ਉਹ ਉਸ ਤਰ੍ਹਾਂ ਰੀਜਨਰੇਟ ਹੋ ਜਾਏਗੀ। ਨਹੀਂ, ਉਹ ਕੈਮੀਕਲ ਤਰੀਕਾ ਜਿਹੜਾ ਉਹ ਦੇਣ ਦਾ ਬਹੁਤ ਗਲਤ ਹੈ। ਦਵਾਈਆਂ ਜਿਹੜੀਆਂ ਨੀਂਦ ਵਾਲੀਆਂ ਦੇਣਾ ਉਹ ਕੋਈ ਤਰੀਕਾ ਨਹੀਂ ਹੈ ਕਿ ਕੈਮੀਕਲ ਤੌਰ 'ਤੇ ਤੁਸੀਂ ਸੌਵੋਗੇ ਤਾਂ ਉਹ ਫਿਜ਼ੀਓਲੋਜੀ ਜਿਹੜੇ ਨੇਚੁਰਲ ਪ੍ਰੋਸੈਸਿਸ ਨਹੀਂ ਚੱਲਣਗੇ। ਨੈਚੁਰਲ ਪ੍ਰੋਸੈਸ ਨੇਚੁਰਲੀ ਚੱਲਦੇ ਆ, ਜਦੋਂ ਕੈਮੀਕਲੀ ਦੇਵਾਂਗੇ ਤਾਂ ਕੈਮੀਕਲ ਉਹ ਗੱਲ ਨਹੀਂ ਬਣੇਗੀ। ਸੋ ਨੈਚੁਰਲ ਸੀਪ ਜਿਹੜੀ ਹੈ ਬਹੁਤ ਜ਼ਰੂਰੀ ਹੁੰਦੀ ਹੈ, ਔਰ ਉਹਦੇ ਵਾਸਤੇ ਕੈਮੀਕਲ ਖਾਣ ਦੀ ਜ਼ਰੂਰਤ ਨਹੀਂ ਹੁੰਦੀ। ਕੈਮੀਕਲ ਤੋਂ ਬਿਨਾਂ ਹੀ ਸੌਣਾ ਜਿਹੜਾ ਉਹ ਵਧੀਆ ਹੁੰਦਾ। ਹੁਣ ਆਈਏ ਆਪਾਂ ਡਾਕਟਰ ਸਾਹਿਬ ਕਿ ਬੰਦੇ ਨੂੰ ਬਹੁਤ ਜ਼ਿਆਦਾ ਤਣਾਅ ਹੋ ਗਿਆ, ਅਤੇ ਕੀ ਸਭ ਤੋਂ ਪਹਿਲਾਂ ਸਾਨੂੰ ਤਣਾਅ ਵਾਲਾ ਕਾਰਨ ਜਿਹੜਾ ਉਹ ਉਸ ਨੂੰ ਖਤਮ ਕਰਨਾ ਪਏਗਾ, ਜਾਂ ਫਿਰ ਆਪਾਂ ਹੋਰ ਵਾਲੇ ਉਸ ਤਣਾਅ ਨੂੰ ਖਤਮ ਕਰਨ ਦੇ ਹੋਰ ਹੀਲੇ ਕਰਨੇ ਪੈਣਗੇ? ਕਿਉਂਕਿ ਜਦ ਤੱਕ ਤਣਾਅ ਵਾਲਾ ਕਾਰਨ ਨਹੀਂ ਆਪਾਂ ਖਤਮ ਕਰਾਂਗੇ, ਉਦੋਂ ਤੱਕ ਆਪਣੇ ਜਿਹੜੇ ਹੋਰ ਹੀਲੇ ਕਰਕੇ ਉਸ ਨੂੰ ਤਣਾਅ ਨੂੰ ਖਤਮ ਕਰਨ ਵਾਲੇ ਜਿਹੜੀ ਆ ਉਹ ਮੇਰੇ ਖਿਆਲ 'ਤੇ ਕਾਰਗਰ ਨਹੀਂ ਹੋ ਪਾਉਣ। ਕਰੋਨਿਕ ਸਟ੍ਰੈਸ ਦੇ ਵਿੱਚ ਨਾ ਕੁਲਵੰਤ ਜੀ ਆਮ ਤੌਰ 'ਤੇ ਕਾਰਨ ਲੱਭਣਾ ਐਡਾ ਸੌਖਾ ਕੰਮ ਨਹੀਂ ਹੁੰਦਾ, ਔਰ ਕਾਰਨ ਲੱਭਣਾ ਵੀ ਉਹੀ ਕਾਰਨ ਲੱਭਣ ਲਈ ਵੀ ਤੁਸੀਂ ਰਿਲੈਕਸ ਹੋਣੇ ਚਾਹੀਦੇ ਹੋ। ਤਣਾਅ 'ਚ ਆਇਆ ਬੰਦਾ ਕਾਰਨ ਵੀ ਲੱਭ ਸਕਦਾ, ਨਾ ਉਹ ਕਾਰਨ ਲੱਭ ਸਕੇ ਅਤੇ ਨਾ ਉਹ ਹੱਲ ਕਰ ਸਕੇ, ਕਿਉਂ ਉਹਨੂੰ ਕਾਰਨ ਲੱਭਦਾ ਹੀ ਨਹੀਂ ਹੈ। ਉਹ ਤਾਂ ਆਪਣੇ ਆਪ ਨੂੰ ਜਸਟੀਫਾਈ ਕਰ ਰਿਹਾ ਹੁੰਦਾ ਵੀ ਮੈਂ ਜੋ ਕੁਝ ਕਰ ਰਿਹਾ ਠੀਕ ਕਰ ਰਿਹਾ ਬਸ, ਅਤੇ ਨਾਲੇ ਸਫਰ ਕਰੀ ਜਾ ਰਿਹਾ, ਨਾਲੇ ਉਹਦਾ ਦੁੱਖ ਭੋਗ ਰਿਹਾ ਹੁੰਦਾ। ਸੋ ਉਹ ਜਿਹੜੀਆਂ ਉਹਦਾ ਕਾਰਨ ਲੱਭਣ ਦੇ ਅਤੇ ਉਹਨੂੰ ਹੱਲ ਕਰਨ ਦੀਆਂ ਜਿਹੜੇ ਤਰੀਕੇ ਨੇ ਉਹ ਲਗਭਗ ਸਾਂਝੇ ਆ। ਉਹਦੇ ਤਰੀਕੇ ਕੋਈ ਅਲੱਗ ਨਹੀਂ ਹੈਗੇ। ਉਸੇ ਤਰੀਕੇ 'ਚ ਹੀ ਉਹਨੂੰ ਕਾਰਨ ਸਮਝ ਆ ਜਾਏਗਾ। ਜਦੋਂ ਰਿਲੈਕਸ ਕਰੇਗਾ, ਉਹਦਾ ਮਾਈਂਡ ਰਿਲੈਕਸ ਕਰਦਾ, ਤਾਂ ਫਿਰ ਉਹਨੂੰ ਕਾਰਨ ਵੀ ਸਮਝਾਉਣਾ ਸ਼ੁਰੂ ਹੋ ਜਾਂਦਾ ਵੀ ਮੈਂ ਕਿਵੇਂ ਇਹਨੂੰ। ਉਹ ਬਹੁਤੀ ਵਾਰੀ ਕਾਰਨ ਕੋਈ ਬਹੁਤਾ ਐਂ ਨਹੀਂ ਹੁੰਦਾ ਕਿ ਪਿਨ ਪੁਆਇੰਟ ਇੱਕ ਕਾਰਨ ਹੈ, ਉਹ ਇੱਕ ਸੁਭਾਅ ਬਣ ਜਾਂਦਾ। ਸੁਭਾਅ ਕੀ ਹੈ ਕਿ ਤੁਸੀਂ ਮੈਨੇਜਮੈਂਟ ਠੀਕ ਨਹੀਂ ਕਰ ਰਹੇ, ਤੁਸੀਂ ਕੋਈ ਨਾ ਕੋਈ ਗੜਬੜ ਕਰ ਰਹੇ ਹੋ,
ਉਹ ਗੜਬੜ ਕੀ ਕਰ ਰਹੇ ਹੋ ਉਹ ਆਪਾਂ ਦੇਖਦੇ ਹਾਂ। ਤੇ ਇਹ ਉਹਦੀ ਗੜਬੜ ਹੈ, ਉਹਨੂੰ ਸਮਝ ਨਹੀਂ ਆਉਂਦੀ, ਪਰ ਬਹੁਤੀ ਵਾਰੀ ਉਹਨੂੰ ਸਮਝ ਨਹੀਂ ਆ ਰਹੀ ਹੁੰਦੀ। ਜੇ ਸਮਝ ਆ ਜਾਏ ਫਿਰ ਤਾਂ ਹੱਲ ਕਰ ਲਵੇ। ਤੇ ਇਸ ਕਰਕੇ ਇਹ ਐਡਾ ਸੌਖਾ ਕੰਮ ਨਹੀਂ, ਉਹਦੇ ਕਾਰਨ ਇਹਦਾ ਪਕੜਨੇ। ਲੇਕਿਨ ਉਹਦੀਆਂ ਟਿਪਸ ਜਿਹੜੀਆਂ ਨੇ, ਤੁਹਾਨੂੰ ਕਾਰਨ ਨਾ ਵੀ ਸਮਝ ਆਵੇ ਤਾਂ ਵੀ ਜੇ ਤੁਸੀਂ ਟਿਪਸ ਯੂਜ਼ ਕਰਨੇ ਸ਼ੁਰੂ ਕਰ ਦਿਓ ਤਾਂ ਫਿਰ ਤੁਹਾਨੂੰ ਕਾਰਨ ਵੀ ਸਮਝ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਫਿਰ ਉਹ ਠੀਕ ਵੀ ਹੋਣ ਲੱਗ ਜਾਂਦੀਆਂ। ਡਾਕਟਰ ਸਾਹਿਬ ਟਿਪਸ ਕਰਨੀ ਆਉਨੇ ਆਪਾਂ ਟਿਪਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜੀ ਹੈ, ਜਿਸ ਤਰ੍ਹਾਂ ਅਕਸਰ ਦੇਖਿਆ ਜਾਂਦਾ ਕਿ ਜਿਹੜਾ ਵੀ ਕੋਈ ਬੰਦਾ ਤਣਾਅ ਦੇ ਵਿੱਚ ਹੁੰਦਾ ਉਸ ਨੂੰ ਇੱਕ ਅੱਛਾ ਕਾਉਂਸਲਰ, ਇੱਕ ਅੱਛਾ ਸਲਾਹਕਾਰ ਜਿਹੜਾ ਹੁੰਦਾ ਉਹ ਉਸ ਨੂੰ ਤਣਾਅ ਮੁਕਤ ਕਰਨ, ਜਿਹਦੇ ਨਾਲ ਗੱਲ ਕਰਕੇ ਉਹ ਆਪਣੀ ਗੱਲ ਕੱਢ ਸਕੇ, ਉਹ ਕਾਫੀ ਕਾਰਗਰ ਸਿੱਧ ਹੁੰਦਾ। ਬਹੁਤ ਸਾਰੇ ਹਸਪਤਾਲਾਂ ਦੇ ਵਿੱਚ ਵੀ ਇਹ ਜਿਹੜਾ ਟ੍ਰੈਂਡ ਹੈਗਾ, ਬਹੁਤ ਸਾਰੇ ਜਿਹੜੇ ਦੂਸਰੇ ਤਣਾਅ ਮੁਕਤ ਕਰਨ ਵਾਲੇ ਜਿਹੜੇ ਇਨਸਾਨ ਹੁੰਦੇ ਨੇ, ਜਿਹੜੇ ਸਲਾਹਕਾਰ ਹੁੰਦੇ ਨੇ, ਉਹਨਾਂ ਦੇ ਕੋਲ ਵੀ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਨੇ। ਕੀ ਕਾਰਗਰ ਰਹਿੰਦਾ ਇਹ? ਬਿਲਕੁਲ ਕਾਰਗਰ ਹੈ, ਲੇਕਿਨ ਸਾਡੀ ਬਦਕਿਸਮਤੀ ਇਹ ਹੈ ਕਿ ਸਾਡੇ ਕੋਲ ਕਾਉਂਸਲਰ ਨਾਂ ਦੀ ਚੀਜ਼, ਪਹਿਲੀ ਗੱਲ ਤਾਂ ਇਹ ਸਾਇੰਸ ਹੀ ਜਿਹੜੀ ਸਾਡੇ ਕੰਟਰੀ ਦੇ ਅੰਦਰ ਅਵੇਲੇਬਲ ਨਹੀਂ ਹੈ, ਕਿਉਂਕਿ ਕਾਉਂਸਲਰ ਈਜ਼ੀਲੀ ਅਵੇਲੇਬਲ ਨਹੀਂ ਹੈਗੇ। ਕਾਉਂਸਲਰ ਬਹੁਤ ਮਹਿੰਗੇ ਹੈ, ਜੇ ਕਿਤੇ ਹੈਗੇ ਵੀ ਆ ਤਾਂ ਦੂਜੀ ਗੱਲ ਕਾਉਂਸਲਿੰਗ ਦਾ ਰਿਵਾਜ ਨਹੀਂ ਹੈ। ਦਵਾਈਆਂ ਦੇ ਦਿੰਦੇ ਆ, ਡਾਕਟਰ ਕੋਲ ਜਾਓਗੇ ਤੁਸੀਂ, ਉਹ ਤੁਹਾਨੂੰ 2-4 ਦਵਾਈਆਂ ਪਾ ਦੇਗਾ, ਇੱਕ ਵਾਰੀ ਤੁਹਾਨੂੰ ਰਿਲੀਫ ਜਾਂ ਮਿਲੇਗਾ, ਲੇਕਿਨ ਉਹਦਾ ਕੋਈ ਹੱਲ ਨਹੀਂ ਹੋਣਾ। ਤੇ ਕਾਉਂਸਲਿੰਗ ਹੀ ਹੱਲ ਹੈ। ਜਿਹੜਾ ਤੁਸੀਂ ਗੱਲ ਬਹੁਤ ਸੋਹਣੀ ਕੀਤੀ ਹੈ ਕਿ ਕਾਉਂਸਲਿੰਗ ਹੀ ਇਹਦਾ ਹੱਲ ਹੈ। ਜੇ ਬੰਦੇ ਨੂੰ ਉਹਨੂੰ ਸਮਝ ਨਹੀਂ ਆ ਰਹੀ ਕਿਉਂਕਿ ਉਹ ਕਰੋਨਿਕ ਸਟ੍ਰੈਸ 'ਚ ਹੈ, ਤਾਂ ਉਹਨੂੰ ਸਮਝਾਉਣ ਵਾਲਾ ਇੱਕ ਬੰਦਾ ਚਾਹੀਦਾ, ਟੋਕਣ ਵਾਲਾ। ਔਰ ਪੁਰਾਣੇ ਸਾਡੇ ਸਮਾਜ ਦੇ ਅੰਦਰ ਸਾਡਾ ਆਪਣਾ ਪਰਿਵਾਰ ਹੁੰਦਾ ਸੀਗਾ, ਸਾਡਾ ਸਮਾਜ ਸੀਗਾ। ਤੁਸੀਂ ਦੇਖਿਆ ਹੋਣਾ, ਬਾਪ ਦਾ ਰੋਲ ਡਿਫਰੈਂਟ ਟਾਈਪ ਦਾ ਹੁੰਦਾ ਸੀਗਾ, ਮਾਂ ਦਾ ਡਿਫਰੈਂਟ ਟਾਈਪ ਦਾ ਸੀਗਾ। ਜਿਹੜੇ ਤੁਹਾਡੇ ਜਿਹੜੇ ਪੀਅਰ ਸੀਗੇ, ਹਮ ਉਮਰ ਸੀਗੇ, ਪਿੰਡ ਵਾਲਿਆਂ ਦਾ ਰੋਲ ਵੱਖਰਾ ਹੁੰਦਾ ਸੀ। ਬਿਲਕੁਲ ਉਹ ਸਾਰੇ ਰੋਲ ਜਿਹੜੇ ਸੀਗੇ ਉਹ ਤਣਾਅ ਮੁਕਤੀ ਦੇ ਹੁੰਦੇ ਸੀਗੇ। ਉਹ ਨੈਚੁਰਲ ਸੀ, ਉਹ ਨੈਚੁਰਲ ਸੀ ਔਰ ਬਹੁਤ ਕਾਰਗਰ ਸੀਗੇ। ਔਰ ਲੇਕਿਨ ਸਾਡੇ ਧਾਰਮਿਕ ਗੁਰੂਆਂ ਦਾ, ਸਾਡੇ ਪ੍ਰੀਸਟ ਦਾ, ਬਹੁਤ ਸਾਰੇ ਜਿਹੜੇ ਪ੍ਰੀਸਟ ਸੀਗੇ ਸਾਡੇ ਪੁਰਾਤਨ ਸਮੇਂ ਦੇ, ਉਹ ਸਾਡੇ ਕੋਲ ਦੋ ਤਣਾਅ 'ਚ ਬੰਦਾ ਆ ਜਾਂਦਾ ਸੀ, ਇਹਦਾ ਬੰਦਾ ਕਿਸੇ ਆਪਣੇ ਗੁਰੂ ਕੋਲ ਜਾਂਦਾ ਸੀ, ਜਾ ਕੇ ਮੱਥਾ ਟੇਕਦਾ ਸੀ, ਉਹਨੂੰ ਕੋਈ ਬੈਠਦਾ ਸੀ ਉਹਦੇ ਕੋਲੇ, ਉਹਨੂੰ ਸਮਝਾਉਂਦਾ ਸੀ, ਉਹਨੂੰ ਕੋਈ ਸਤਸੰਗ ਕਰਦਾ ਸੀ। ਉਹ ਇੱਕ ਬਹੁਤ ਵਧੀਆ ਸੂਦਿੰਗ ਰੋਲ ਹੁੰਦਾ ਸੀਗਾ। ਲੇਕਿਨ ਅੱਜ ਉਹ ਸਾਰੇ ਦਾ ਸਾਰਾ ਉਹ ਪੁਰਾਣਾ ਡਿਸਟਰਬ ਹੋ ਗਿਆ, ਨਵਾਂ ਸਟੈਬਲਿਸ਼ ਨਹੀਂ ਹੋਇਆ। ਸੋ ਅਸੀਂ ਹੁਣ ਵਿੱਚ ਵਿਚਾਲੇ ਫਸੇ ਹੋਏ ਹਾਂ। ਅਸੀਂ ਪੁਰਾਣਾ ਤਾਂ ਡਿਸਕਾਰਡ ਕਰਤਾ ਵੀ ਉਹ ਪੁਰਾਤਨ ਹੈ, ਕਾਰਗਰ ਨਹੀਂ ਹੈ, ਵਹਿਮ ਭਰਮ ਨੇ ਐਵੇਂ, ਜਾਂ ਅਸੀਂ ਉਹਨੂੰ ਇੰਪੋਰਟੈਂਸ ਨਹੀਂ ਦਿੱਤੀ, ਉਦੋਂ ਮਰ ਗਿਆ ਆਪਣੇ ਆਪ ਹੀ ਉਹ। ਅਤੇ ਨਵਾਂ ਅਸੀਂ ਸ਼ੁਰੂ ਨਹੀਂ ਕੀਤਾ, ਨਵਾਂ ਲਿਆਂਦਾ ਨਹੀਂ ਹੈ। ਤਾਂ ਅਸੀਂ ਉਸ ਸਥਿਤੀ 'ਚ ਹਾਂ ਇਸ ਵੇਲੇ। ਸਾਨੂੰ ਅੱਜ ਲੋੜ ਹੈ ਕਿ ਪੁਰਾਤਨ ਜਿੰਨਾ ਬਚਿਆ ਹੋਇਆ ਉਹਨੂੰ ਪੁਰਾਤਨ ਨੂੰ ਵੀ ਬਚਾ ਲਈਏ, ਲੇਕਿਨ ਅਸੀਂ ਕੁਝ ਨਵੇਂ ਤਰੀਕੇ ਕੱਢੀਏ ਤਾਂ ਕਿ ਅਸੀਂ ਉਹਦਾ ਬਦਲ ਜਿਹੜਾ ਕਿ ਕਿਉਂਕਿ ਇਕੱਲਾ ਮਨੁੱਖ ਇਹਦਾ ਸਟ੍ਰੈਸ 'ਚ ਆਊਗਾ ਹੀ ਆਊਗਾ, ਕਿਉਂਕਿ ਇਕੱਲਾ ਮਨੁੱਖ ਕੁਛ ਨਹੀਂ ਹੁੰਦਾ। ਕਿਉਂਕਿ ਮਨੁੱਖ ਜਿਹੜਾ ਇੱਕ ਸਮਾਜ ਵਿਚਰਦਾ, ਅਤੇ ਉਸ ਜਦ ਤੱਕ ਉਹ ਸਮਾਜ ਨਹੀਂ ਵਧੀਆ ਹੋਏਗਾ, ਉਹਨੂੰ ਸਪੋਰਟਿਵ ਨਹੀਂ ਹੋਏਗਾ, ਤਦ ਤੱਕ ਉਹ ਇਸ ਚੱਕਰ 'ਚੋਂ ਨਿਕਲ ਨਹੀਂ ਸਕੇਗਾ। ਤਾਂ ਸਾਨੂੰ ਇੱਕ ਪੁਰਾਤਨ ਵੀ ਬਚਾਉਣਾ ਚਾਹੀਦਾ, ਆਪਣੇ ਪਰਿਵਾਰ ਨੂੰ, ਆਪਣੇ ਸਮਾਜ ਨੂੰ, ਆਪਣੀਆਂ ਸੱਥਾਂ ਨੂੰ, ਆਪਣੇ ਸੋਸ਼ਲ ਰਿਸ਼ਤਿਆਂ ਨੂੰ, ਆਪਣੀ ਰਿਸ਼ਤੇਦਾਰੀਆਂ ਨੂੰ, ਤੇ ਨਵਾਂ ਜਿਹੜਾ ਹੈਗਾ ਉਹਨੂੰ ਕੁਛ ਨਵੀਆਂ ਗੱਲਾਂ ਵੀ ਸਿੱਖਣੀਆਂ ਚਾਹੀਦੀਆਂ, ਕਿਉਂਕਿ ਅੱਜ ਦੇ ਸਮਾਜ 'ਚ ਕੁਛ ਨਵੀਆਂ ਗੱਲਾਂ ਵੀ ਕਰਨੀਆਂ ਪੈਣਗੀਆਂ। ਡਾਕਟਰ ਸਾਹਿਬ ਤੁਸੀਂ ਨਵੀਆਂ ਗੱਲਾਂ ਦੀ ਗੱਲ ਕੀਤੀ ਹੈ, ਪੁਰਾਤਨ ਜਿਹੜੀਆਂ ਨੇ ਚੀਜ਼ਾਂ ਉਹ ਵੀ ਰਿਵਾਈਵ ਕਰਨ ਦੀ ਲੋੜ ਹੈ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਆਪਾਂ ਨੂੰ ਸਾਡੇ ਗੁਰੂਆਂ ਦਾ, ਸਾਡੇ ਵੱਡਿਆਂ ਦਾ ਸਤਿਕਾਰ ਕਰਕੇ ਉਹਨਾਂ ਤੋਂ ਸਿੱਖਿਆ ਲਈਏ, ਉਹਨਾਂ ਤੋਂ ਸਲਾਹਾਂ ਲਈਏ, ਤਾਂ ਕਿ ਅਸੀਂ ਜਿਹੜੇ ਤਣਾਅ ਮੁਕਤ ਹੋ ਸਕੀਏ। ਨਵੇਂ ਵਾਲੇ ਪਾਸੇ ਆਈਏ ਤਾਂ ਨਵੇਂ ਵਾਲੇ ਪਾਸੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਤਣਾਅ ਮੁਕਤ ਕਰਨ ਦੇ ਕੀ ਅਜਿਹੇ ਛੋਟੇ ਜਿਹੜੇ ਟਿਪਸ ਹੁੰਦੇ ਨੇ ਜਿਹਦੇ ਨਾਲ ਆਪਾਂ ਘਰ 'ਚ ਬੈਠੇ ਹੀ ਬਿਨਾਂ ਕੁਛ ਖਰਚ ਕੀਤੇ ਹੀ, ਬਿਨਾਂ ਕੁਛ ਕਿਸੇ ਕੋਲੇ ਜਾਇਆ ਅਤੇ ਬਿਨਾਂ ਕੋਈ ਆਪਣਾ ਜਾਂ ਕਿਸੇ ਦਾ ਨੁਕਸਾਨ ਕੀਤਾ ਜਿਹੜਾ ਅਸੀਂ ਤਣਾਅ ਮੁਕਤ ਹੋ ਸਕੀਏ? ਸਭ ਤੋਂ ਤਾਂ ਮੇਰੇ ਖਿਆਲ 'ਚ ਜਿਹੜਾ 5-7 ਟਿਪਸ ਨੇ, ਜ਼ਿਆਦਾ ਨਹੀਂ ਹੈਗੀਆਂ। 5-7 ਚੀਜ਼ਾਂ ਹੀ ਅਸੀਂ ਅਗਰ ਵਧੀਆ ਢੰਗ ਨਾਲ ਕਰ ਲਈਏ ਤਾਂ ਅਸੀਂ ਉਹ 'ਚੋਂ ਨਿਕਲ ਸਕਦੇ ਹਾਂ। ਪਹਿਲੀ ਗੱਲ ਤਾਂ ਹੈ ਤੁਹਾਡਾ ਜਿਹੜਾ ਆਲਾ ਦੁਆਲਾ ਹੈ ਉਹ ਸਾਫ਼ ਸੁਥਰਾ ਹੋਵੇ, ਹਵਾ ਸ਼ੁੱਧ ਹੋਵੇ, ਪਾਣੀ ਵਧੀਆ ਹੋਵੇ, ਖਾਣਾ ਅੱਛਾ ਹੋਵੇ, ਖਾਣਾ ਸਿਹਤਮੰਦ ਹੋਵੇ। ਜੋ ਤੁਸੀਂ ਰੋਂਗ ਖਾਓਗੇ ਤਾਂ ਉਹ ਰੋਂਗ ਵੀ ਸਟ੍ਰੈਸ ਕ੍ਰੀਏਟ ਕਰਦਾ। ਜੇ ਤੁਸੀਂ ਮਤਲਬ ਫਾਸਟ ਫੂਡ ਖਾ ਲਿਆ, ਤਲਿਆ ਖਾ ਲਿਆ, ਤਾਂ ਤੁਸੀਂ ਪਾਓਗੇ ਕਿ ਤੁਸੀਂ ਸਟ੍ਰੈਸ ਚਲੇ ਗਏ ਇਮੀਡੀਏਟਲੀ, ਕਿਉਂਕਿ ਉਹ ਬਾਡੀ ਤੁਹਾਡੀ ਅੰਦਰੋਂ ਜਿਹੜੇ ਮੈਸੇਜਸ ਦੇਣ ਲੱਗ ਜਾਂਦੀ ਹੈ ਉਹ ਬੜੇ ਨੈਗੇਟਿਵ ਹੁੰਦੇ ਆ। ਤਾਂ ਉਹ ਖਾਣਾ ਪੀਣਾ ਸਭ ਤੋਂ ਪ੍ਰਾਇਮਰੀ ਪਹਿਲੀ ਗੱਲ ਯਾਦ ਰੱਖਣੀ ਬਹੁਤ ਜ਼ਰੂਰੀ ਹੈ। ਅੱਗੇ ਉਹ ਆ ਗਿਆ ਉਸ ਤੋਂ ਬਾਅਦ ਕਿ ਤੁਸੀਂ ਹੁਣ ਖਾਣਾ ਪੀਣਾ ਵੀ ਠੀਕ ਹੈ ਤੁਹਾਡਾ, ਤਾਂ ਫਿਰ ਤੁਸੀਂ ਹੁਣ ਆਪਣੇ ਸਟ੍ਰੈਸ ਨੂੰ ਮੈਨੇਜ ਕਿੱਦਾਂ ਕਰਨਾ। ਸਟ੍ਰੈਸ ਮੈਨੇਜਮੈਂਟ ਜੇ ਅਗਰ ਕੇਂਦਰੀ ਲਿੱਤਾ ਜਾਵੇ ਤਾਂ ਕੇਂਦਰ ਇੱਕ ਨੁਕਤਾ ਹੈ ਕਿ ਆਪਣੇ ਮੂਲ ਨਾਲ ਜੁੜ ਕੇ ਰਹਿਣਾ। ਆਪਣਾ ਮੂਲ ਪਛਾਣ, ਹਾਂ, ਮਨ ਤੂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤਾਂ ਉਹ ਜਿਹੜਾ ਆਪਣੇ ਮੂਲ ਨਾਲ ਜੁੜ ਕੇ ਰਹਿਣਾ। ਅਤੇ ਮੂਲ ਕੀ ਹੈ ਤੁਹਾਡਾ? ਮੂਲ ਹੈ ਸਾਡਾ ਪਰਮਾਤਮਾ। ਪੁਰਾਣੀ ਧਾਰਮਿਕ ਸ਼ਬਦਾਵਲੀ 'ਚ ਪਰਮਾਤਮਾ, ਅੱਜ ਦੀ ਮਾਡਰਨ ਸ਼ਬਦਾਵਲੀ 'ਚ ਇੱਕ ਕਾਸਮਿਕ ਊਰਜਾ ਹੈ ਜਿਹਨੂੰ ਕੁਆਂਟਮ ਫੀਲਡ ਆਫ ਐਨਰਜੀ ਕਿਹਾ ਜਾਂਦਾ, ਜਿਹੜਾ ਕਿ ਖਾਲੀ ਸਾਡੇ ਆਲੇ ਦੁਆਲੇ ਖਾਲੀ ਹੈ, ਖਲਾ ਦਿਖਦਾ ਜਿਹੜਾ ਸਾਨੂੰ, ਇਹ ਕੁਆਂਟਮ ਫੀਲਡ ਐਕਚੁਅਲੀ ਐਂਡਲੈਸ ਹੈ, ਇੱਕੋ ਹੀ ਹੈ। ਜਿਹੜਾ ਇੱਕ ਓਂਕਾਰ ਦੀ ਗੱਲ ਆਉਂਦੀ ਹੈ ਬਾਰ-ਬਾਰ, ਇੱਕੋ ਹੀ ਹੈ, ਕਿਉਂਕਿ ਸਾਰਾ ਫੀਲਡ ਇੱਕੋ ਹੀ ਹੈ ਇਹ, ਅਤੇ ਪੂਰੇ ਕਾਸਮੋਸ 'ਚ ਬਿਖਰਿਆ ਹੋਇਆ। ਉਸ ਤੋਂ ਬਾਅਦ ਫਿਰ ਅੱਗੇ ਕਾਸਮੋਸ ਤੋਂ ਅੱਗੇ ਅਸੀਂ ਜੁੜੇ ਹੋਏ ਹਾਂ
ਕਾਸਮਿਕ ਊਰਜਾ ਨਾਲ ਸਾਡੇ ਅਸੀਂ ਸਭ ਜੁੜੇ ਹੋਏ ਹਾਂ। ਫਿਰ ਕਾਸਮਿਕ ਊਰਜਾ ਸੂਰਜ ਦੇ ਥਰੂ ਆਉਂਦੀ ਸਾਡੇ ਕੋਲੇ, ਤਾਂ ਸੂਰਜ ਨਾਲ ਜੁੜੇ ਹੋਏ ਅਸੀਂ, ਤਾਂ ਸੂਰਜ ਤੋਂ ਬਿਨਾਂ ਸਾਡੀ ਕੋਈ ਹੋਂਦ ਨਹੀਂ ਹੈ। ਫਿਰ ਅੱਗੇ ਤੁਹਾਡੀ ਧਰਤੀ ਦੇ ਉੱਪਰ ਕੁਦਰਤ ਹੈ, ਧਰਤੀ ਦੇ ਉਸ ਕੁਦਰਤ ਨਾਲ ਜੁੜੇ ਹੋਏ ਹਾਂ। ਫਿਰ ਅਸੀਂ ਆਪਣੇ ਜੀਵ ਜੰਤੂ ਜਿਹੜੇ ਸਾਡੇ ਆਲੇ ਦੁਆਲੇ ਪੌਦੇ ਨੇ, ਹੋਰ ਨੇ ਜੀਵ ਜੰਤੂ ਹੈ, ਡੰਗਰ ਨੇ, ਹੋਰ ਉਹਦੇ ਨਾਲ ਜੁੜੇ ਹੋਏ ਹਾਂ। ਫਿਰ ਸਾਡੇ ਆਲੇ ਦੁਆਲੇ ਮਨੁੱਖ ਨੇ, ਚਾਹੇ ਉਹ ਦੇਸ਼ਾਂ ਦੀ ਸ਼ਕਲ 'ਚ ਨੇ, ਮਨੁੱਖਤਾ ਦੀ ਸ਼ਕਲ 'ਚ ਨੇ, ਸਮਾਜ ਦੀ ਸ਼ਕਲ 'ਚ ਨੇ, ਪਿੰਡ ਦੀ ਸ਼ਕਲ 'ਚ ਨੇ, ਮੁਹੱਲੇ ਦੀ ਸ਼ਕਲ 'ਚ ਨੇ, ਜਾਂ ਪਰਿਵਾਰ ਦੀ ਸ਼ਕਲ 'ਚ ਨੇ, ਜਾਂ ਤੁਹਾਡੇ ਕੰਮਕਾਰ ਦੀ ਜਿਹੜੇ ਜਿੱਥੇ ਕੰਮ ਕਰਦੇ ਉਹਦੀ ਸ਼ਕਲ 'ਚ ਨੇ। ਤਾਂ ਉਹਨਾਂ ਨਾਲ ਜੁੜੇ ਹੋਏ ਅਸੀਂ। ਤਾਂ ਇਹ ਸਾਡਾ ਇਹ ਮੂਲ ਦੇ ਅਲੱਗ-ਅਲੱਗ ਸ਼ਕਲਾਂ ਨੇ। ਤਾਂ ਉਸ ਮੂਲ ਨਾਲ ਜੁੜਨਾ ਕਿੱਦਾਂ, ਇਹ ਗੁਰ ਜਿਹੜੇ ਨੇ ਇਹ ਅਸੀਂ ਥਿਓਰੈਟੀਕਲੀ ਤਾਂ ਕਹਿ ਦਿੱਤਾ, ਲੇਕਿਨ ਸਵਾਲ ਹੈ ਕਿ ਤੁਹਾਡੀ ਬੰਦਾ ਸੁਣ ਕੇ ਕਹੂਗਾ ਹਾਂ ਗੱਲ ਤਾਂ ਠੀਕ ਹੈ, ਹਾਂ ਨਹੀਂ, ਪਰ ਉਹ ਇੱਥੇ ਪਹਿਲਾਂ ਬਸੇ ਨਾ ਕਿ ਸਾਨੂੰ ਹਰ ਪਲ ਯਾਦ ਰਹੇ ਹੋ ਕਿ ਮੈਂ ਆਪਣੇ ਮੂਲ ਨਾਲ ਜੁੜਨਾ ਹੈ। ਬੰਦਾ ਸੁਣ ਕੇ ਤਾਂ ਜਾਂਦਾ, ਗੁਰੂ ਕੋਲ ਜਾਂਦਾ, ਸਤਸੰਗ ਸੁਣਦਾ, ਸੁਣ ਕੇ ਆ ਕੇ ਉੱਥੇ ਨੂੰ ਬੜਾ ਅੱਛਾ ਲੱਗਦਾ। ਤੁਸੀਂ ਗੁਰਦੁਆਰੇ ਜਾਓ, ਜਦੋਂ ਤੁਸੀਂ ਗੁਰਬਾਣੀ ਸੁਣਦੇ ਆਪਾਂ ਨੂੰ ਤਾਂ ਇੱਕ ਵਾਰੀ ਬਹੁਤ ਅੱਛਾ ਲੱਗਦਾ, ਬਾਹਰ ਆ ਕੇ ਉੱਥੇ ਫਿਰ ਉਹਦੇ ਜਾਂਦੇ ਸੀ। ਉਹ ਕਿਉਂ ਹੁੰਦੇ ਆ? ਕਿਉਂਕਿ ਉਹ ਗੱਲ ਇੱਥੇ ਰਹੀ, ਇੱਥੇ ਤੱਕ ਤਾਂ ਪਹੁੰਚ ਗਈ, ਇੱਥੇ ਨਹੀਂ ਪਹੁੰਚੀ। ਉਹ ਇੱਥੇ ਪਹੁੰਚਾਉਣ ਵਾਸਤੇ ਕੀ ਕਰਨਾ ਪੈਂਦਾ? ਉਹਦੇ ਲਈ ਇੱਕ ਮੈਕੈਨਿਜ਼ਮ ਹੈ ਜਿਹਨੂੰ ਅਸੀਂ ਕਹਿੰਦੇ ਮੈਡੀਟੇਸ਼ਨ ਜਿਹੜੀ ਹੈ ਉਹ ਇੱਕ ਪ੍ਰਕਿਰਿਆ ਹੈ, ਬੜੀ ਸਿੰਪਲ ਜੀ ਪ੍ਰਕਿਰਿਆ, ਸਿੰਪਲ ਜੀ, ਬਹੁਤ ਹੀ ਸਿੰਪਲ ਹੈ। ਉਹਦਾ ਪਹਿਲਾ ਸਟੈਪ ਕੀ ਹੈ? ਉਹਦੇ ਲਈ ਸਾਡੇ ਗੁਰੂ ਸਾਹਿਬਾਨ ਨੇ ਕਿਹਾ ਅੰਮ੍ਰਿਤ ਵੇਲਾ ਸਭ ਤੋਂ ਵਧੀਆ। ਹਾਂ, ਤਾਂ ਅੰਮ੍ਰਿਤ ਵੇਲਾ ਜਿਹੜਾ ਹੈ, ਜਿਹੜਾ ਕਿ ਸਾਡੇ ਸਿੱਖ ਟ੍ਰੈਡੀਸ਼ਨ ਦੇ ਅਨੁਸਾਰ 3:30 ਵਜੇ ਅੰਮ੍ਰਿਤ ਵੇਲਾ ਮੰਨਿਆ ਜਾਂਦਾ ਹੈ। ਚਲੋ 3:30 ਵਜੇ ਅੱਜ ਦਾ ਮਾਡਰਨ ਮਨੁੱਖ ਨਹੀਂ ਜਾਗ ਸਕਦਾ, ਉਹ ਕਮ ਸੇ ਕਮ ਸੂਰਜ ਚੜ੍ਹਨ ਤੋਂ ਪਹਿਲਾਂ ਤਾਂ ਜਾਗੇ। ਸੂਰਜ ਤੁਹਾਡੇ ਤੋਂ ਬਾਅਦ 'ਚ ਚੜ੍ਹੇ, ਤੁਸੀਂ ਪਹਿਲਾਂ ਉੱਠ ਖੜੋ। ਇੱਦਾਂ ਆਪਣਾ ਰੂਟੀਨ ਸੈੱਟ ਕਰੋ, ਆਪਣਾ ਖਾਣਾ ਪੀਣਾ, ਰਾਤ ਦਾ ਖਾਣਾ, ਸੌਣ ਦਾ ਟਾਈਮ, ਤਾਂ ਉਹ ਪ੍ਰੋਪਰ ਰੈਸਟ। ਔਰ ਰੈਸਟ ਵੀ ਇੱਥੇ ਆਪਾਂ ਇਹ ਵੀ ਜ਼ਰੂਰ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਸਟ੍ਰੈਸ ਫਰੀ ਰਹਿਣ ਲਈ ਪ੍ਰੋਪਰ ਨੀਂਦ ਵੀ ਜ਼ਰੂਰੀ ਹੈ। ਜਿਹੜਾ ਬੰਦਾ ਪ੍ਰੋਪਰ ਨੀਂਦ ਨਹੀਂ ਲੈ ਰਿਹਾ ਉਹ ਵੀ ਸਟ੍ਰੈਸ 'ਚ ਆਏਗਾ। ਸੋ ਇਸ ਕਰਕੇ ਜੇ ਤੁਸੀਂ ਸਵੇਰੇ 5 ਵਜੇ ਉੱਠਣਾ ਹੈ ਤਾਂ ਤੁਸੀਂ 10 ਵਜੇ ਤੋਂ ਪਹਿਲਾਂ ਸੋ ਜਾਣਾ ਚਾਹੀਦੇ ਹੋ। ਦੈਟ ਮੀਨਸ ਤੁਸੀਂ 9 ਵਜੇ ਸੌਣ ਦੀ ਤਿਆਰੀ ਕਰੋਗੇ ਤਾਂ 10 ਵਜੇ ਸੋਵੋਗੇ। ਡਾਕਟਰ ਸਾਹਿਬ ਤੁਹਾਨੂੰ ਮੈਂ ਰੋਕਾਂਗਾ, ਅਕਸਰ ਜਿਹੜੇ ਤਣਾਅ ਵਾਲੇ ਪੇਸ਼ੈਂਟਸ ਹੁੰਦੇ ਨੇ ਉਹਨਾਂ ਦੀ ਇਹ ਸ਼ਿਕਾਇਤ ਆਉਂਦੀ ਹੈ ਨੀਂਦ ਸਾਨੂੰ ਆਉਂਦੀ ਹੀ ਨਹੀਂ, ਅਤੇ ਆਪਾਂ ਕਹਿੰਦੇ ਹਾਂ ਵੀ ਜਲਦੀ ਸੌਂ ਜਾਓ, ਸੌਣਾ ਜ਼ਰੂਰੀ ਹੈ, ਨੀਂਦ ਤਾਂ ਆਉਂਦੀ ਹੀ ਨਹੀਂ ਉਹਨਾਂ ਨੂੰ। ਉਹ ਤਾਂ ਆਪਾਂ ਉਹਨੇ ਨੀਂਦ ਕਿਉਂ ਨਹੀਂ ਆਉਂਦੀ? ਨੀਂਦ ਨਾ ਆਉਣ ਦਾ ਕੋਈ ਸਵਾਲ ਹੀ ਨਹੀਂ ਨਾ ਹੈ। ਨੀਂਦ ਜੇ ਨਹੀਂ ਆਉਂਦੀ ਤਾਂ ਇਸੇ ਕਰਕੇ ਨਹੀਂ ਆਉਂਦੀ ਕਿਸੇ ਤਣਾਅ 'ਚ। ਤਣਾਅ ਹੀ ਸਾਡੀ ਨੀਂਦ ਨਾ ਆਉਣ ਦਾ ਕਾਰਨ ਹੈ। ਤਾਂ ਆਪਾਂ ਤਣਾਅ ਉਸੇ ਦੀ ਗੱਲ ਕਰ ਰਹੇ ਹਾਂ, ਉਹ 'ਚ ਨੀਂਦ ਵੀ ਸ਼ਾਮਲ ਹੈ ਉਹਦੇ 'ਚ। ਕਿਉਂਕਿ ਉਹ ਜਿਹੜਾ ਤਣਾਅ ਹੁੰਦਾ ਨਾ, ਜਦੋਂ ਨੀਂਦ ਨਹੀਂ ਆਉਂਦੀ ਤਾਂ ਮਤਲਬ ਤੁਹਾਡੇ ਥਾਟ ਪ੍ਰੋਸੈਸ ਜਿਹੜਾ ਤੁਹਾਨੂੰ ਡਿਸਟਰਬ ਕਰ ਰਿਹਾ, ਤਾਂ ਕਰਕੇ ਨੀਂਦ ਨਹੀਂ ਆ ਰਹੀ। ਤਾਂ ਉਹਦੇ 'ਤੇ ਆਉਂਦੇ ਆਪਾਂ। ਤਾਂ ਜਿਹੜਾ ਪਹਿਲਾ ਸਟੈਪ ਹੈ ਮੈਡੀਟੇਸ਼ਨ ਦਾ, ਉਹ ਹੈਗਾ ਅੰਮ੍ਰਿਤ ਵੇਲਾ ਬੈਸਟ ਹੈ। ਅੰਮ੍ਰਿਤ ਵੇਲੇ 'ਚ ਉੱਠ ਕੇ ਅਲਰਟ ਹੋ ਕੇ ਇਸ਼ਨਾਨ ਕਰ ਲਓ ਤਾਂ ਬਹੁਤ ਵਧੀਆ, ਕਿਉਂਕਿ ਇਸ਼ਨਾਨ 'ਚ ਉਸ ਤੋਂ ਸੁਸਤੀ ਖਤਮ ਹੋ ਜਾਂਦੀ ਹੈ। ਤਾਂ ਜਿਹੜੀ ਮੈਡੀਟੇਸ਼ਨ ਇਜ਼ ਨਾਟ ਸਲੀਪਿੰਗ, ਮੈਡੀਟੇਸ਼ਨ ਇਜ਼ ਸੁਪਰ, ਜਿਹਨੂੰ ਕਹਿੰਦੇ ਆ ਐਕਟਿਵਨੈਸ। ਜਿੰਨਾ ਅਸੀਂ ਐਕਟਿਵ ਹੁੰਦੇ ਹਾਂ ਮੈਂਟਲੀ ਰੂਟੀਨ 'ਚ, ਉਸ ਤੋਂ ਵੀ ਜ਼ਿਆਦਾ ਐਕਟਿਵ ਮੈਡੀਟੇਸ਼ਨ 'ਚ ਹੁੰਦੇ ਅਸੀਂ। ਤਾਂ ਮੈਡੀਟੇਸ਼ਨ ਬਿਲਕੁਲ ਸਲੀਪ ਦਾ ਰਿਵਰਸ ਹੈ। ਦੇਖਣ ਨੂੰ ਉਹ ਬੰਦਾ ਅੱਖਾਂ ਬੰਦ ਕਰਕੇ ਬੈਠਾ ਹੈ ਜਿਵੇਂ ਸੋ ਰਿਹਾ ਹੋਵੇ, ਲੇਕਿਨ ਅਸਲ 'ਚ ਉਹਦੇ ਅੰਦਰ ਜਿਹੜੀ ਪ੍ਰਕਿਰਿਆਵਾਂ ਚੱਲ ਰਹੀਆਂ ਹੁੰਦੀਆਂ ਨੇ ਉਹ ਨੀਂਦ ਦਾ ਰਿਵਰਸ ਨੇ। ਸੁਸਤ ਨਹੀਂ ਹੁੰਦਾ, ਉਹ ਹਾਈਪਰ ਐਕਟਿਵ ਹੁੰਦਾ, ਤਾਂ ਉਹ ਚੇਤਨ ਹੁੰਦਾ ਬਹੁਤ। ਤਾਂ ਜਿਹੜਾ ਮੈਡੀਟੇਸ਼ਨ ਹੈ ਦਾ ਪਹਿਲਾ ਸਟੈਪ ਹੈ ਬ੍ਰੈਥ ਵਿਟਨੈਸਿੰਗ, ਕਿ ਆਪਣੇ ਸਾਹ ਨੂੰ ਆਉਂਦੇ ਜਾਂਦੇ ਅੰਦਰ ਦੇਖੋ। ਸਾਹ ਅੰਦਰ ਜਾ ਰਿਹਾ, ਬਾਹਰ ਆ ਰਿਹਾ, ਅੰਦਰ ਜਾ ਰਿਹਾ, ਬਾਹਰ ਆ ਰਿਹਾ, ਅੰਦਰ ਜਾ ਰਿਹਾ, ਬਾਹਰ ਆ ਰਿਹਾ। ਸਾਹ ਦੇ 2 ਹੀ ਹਿੱਸੇ ਨੇ ਕਿ 4 ਹਿੱਸੇ ਵੀ ਅੰਦਰ ਸੁਣਿਆ? ਚਾਹੋ ਵਿਚਾਲੇ ਗੈਪ ਹੈ ਨਾ ਦੋਨਾਂ ਦੇ, ਅੰਦਰ ਜਾਣ ਤੇ ਬਾਹਰ ਜਾਣ 'ਚ ਵੀ ਗੈਪ ਹੈ, ਬਾਹਰ ਤੇ ਅੰਦਰ ਦੇ ਵਿਚਾਲੇ ਗੈਪ ਹੈ। ਤੁਸੀਂ 4 ਨੂੰ ਇੱਕ ਵਾਰੀ ਬਿਗਨਰ ਨੂੰ ਨਹੀਂ ਬਾਦਰ ਕਰਨਾ ਚਾਹੀਦਾ। ਬਿਗਨਰ ਲਈ 2 ਹੀ ਨੇ। ਇਹ ਐਡਵਾਂਸ ਬੰਦੇ ਲਈ ਹੈ। ਜਿਹੜਾ ਬੰਦਾ ਐਡਵਾਂਸ ਸਟੇਜ 'ਤੇ ਚਲਾ ਗਿਆ, ਉਹ ਜਦੋਂ ਗੈਪ 'ਚ ਫੋਕਸ ਕਰੇਗਾ ਤਾਂ ਉਸ ਤੋਂ ਵੀ ਸੁਪਰ ਚੀਜ਼ ਆ ਉਹ। ਲੇਕਿਨ ਬਿਗਨਰ ਨੂੰ ਇਸ ਗੱਲ ਬਾਰੇ ਵਰੀ ਕਰਨ ਦੀ ਲੋੜ ਨਹੀਂ ਕਿ ਉਹਦੇ 4 ਹਿੱਸੇ ਆ, ਉਹਦੇ ਵਾਸਤੇ 2 ਹੀ ਹਿੱਸੇ ਨੇ, ਸਾਹ ਅੰਦਰ ਜਾਣਾ ਤੇ ਸਾਹ ਬਾਹਰ ਆਉਣਾ। ਜੋ ਤੁਸੀਂ ਬ੍ਰੈਥ ਵਿਟਨੈਸਿੰਗ ਕਰਦੇ ਹੋ ਤਾਂ ਬ੍ਰੈਥ ਵਿਟਨੈਸਿੰਗ 'ਚ ਆਟੋਮੈਟਿਕਲੀ ਤੁਹਾਡੇ ਮਨ 'ਚ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਆ। ਆਟੋਮੈਟਿਕਲੀ ਉਹ ਤੁਹਾਨੂੰ ਲਿਆਉਣ ਦੀ ਲੋੜ ਨਹੀਂ, ਬ੍ਰੈਥ ਵਿਟਨੈਸਿੰਗ ਆਪ ਕਰਨੀ ਹੈ। ਬ੍ਰੈਥ ਵਿਟਨੈਸਿੰਗ ਸਾਹ ਨੂੰ ਦੇਖਣਾ ਹੈ, ਇਹ ਖੁਦ ਕਰਨਾ ਹੈ, ਇਹ ਡੂਇੰਗ ਹੈ। ਲੇਕਿਨ ਵਿਚਾਰ ਜਿਹੜੇ ਆਉਣੇ ਆ ਉਹ ਡੂਇੰਗ ਨਹੀਂ ਹੈ, ਉਹ ਆਟੋਮੈਟਿਕ ਆਉਣਗੇ। ਹੁਣ ਕਿੱਦਾਂ ਦੇ ਵਿਚਾਰ ਆਉਣਗੇ? 2 ਕਿਸਮ ਦੇ ਵਿਚਾਰ ਆਉਣਗੇ। ਇੱਕ ਤਾਂ ਨੈਗੇਟਿਵ ਵਿਚਾਰ ਆਉਣਗੇ ਜਿਹੜੇ ਤੁਹਾਨੂੰ ਡਿਸਟਰਬ ਕਰਦੇ ਆ, ਇੱਕ ਉਹ ਵਿਚਾਰ ਹੋਣਗੇ ਜਿਹੜੇ ਤੁਹਾਨੂੰ ਬਹੁਤ ਥ੍ਰਿਲ ਕਰਦੇ ਆ, ਜਿਹੜਾ ਤੁਸੀਂ ਕਰਨਾ ਚਾਹ ਰਹੇ ਹੋ, ਕੁਛ ਕਰਨਾ ਚਾਹ ਰਹੇ ਹੋ, ਉਹ ਆਉਣਗੇ। ਆਮ ਤੌਰ 'ਤੇ ਜਿਹੜੇ ਕਰਨਾ ਚਾਹ ਰਹੇ ਵਾਲੇ ਵਿਚਾਰ ਨੇ ਉਹ ਚੰਗੇ ਵਿਚਾਰ ਨੇ, ਉਹਦੇ ਬਾਰੇ ਆਪਾਂ ਨੂੰ ਬਹੁਤਾ ਬਾਦਰ ਕਰਨ ਦੀ ਲੋੜ ਨਹੀਂ ਹੈ। ਉਹ ਚਾਹੀਦੇ ਆ ਸਾਨੂੰ, ਚਾਹੀਦੇ ਆ, ਵੈਲਕਮ ਨੇ ਉਹ। ਜਿਹੜੇ ਸਾਨੂੰ ਆਪਾਂ ਫੋਕਸ ਕਰਦੇ ਹਾਂ ਨੈਗੇਟਿਵ ਵਿਚਾਰਾਂ 'ਤੇ, ਕਿ ਨੈਗੇਟਿਵ ਵਿਚਾਰ ਜਿਹੜੇ ਡਿਸਟਰਬ ਕਰਨ ਵਾਲੇ ਹੁੰਦੇ ਆ, ਉਹ ਸਾਨੂੰ ਟੈਨਸ਼ਨ ਦਿੰਦੇ ਆ, ਟੈਨਸ਼ਨ ਨਾਲ ਭਰਦੇ ਆ। ਉਹ ਨੈਗੇਟਿਵ ਵਿਚਾਰ ਜਿਹੜੇ ਹੁੰਦੇ ਆ, ਫਿਰ ਉਹ ਤੁਹਾਡੇ ਜਦੋਂ ਦਿਮਾਗ 'ਚ ਆਉਣਗੇ ਤਾਂ ਅਸੀਂ ਕੀ ਕਰਦੇ ਹਾਂ? ਅਸੀਂ ਫਟਾਫਟ ਡਰ ਜਾਂਦੇ ਹਾਂ, ਉਹ ਤੋਂ ਡਰ ਕੇ ਉਹਨੂੰ ਅਵੋਇਡ ਕਰਦੇ ਹਾਂ। ਅਸੀਂ ਕੁਛ ਨਾ ਕੁਛ ਹੋਰ ਕੰਮ ਕਰਨ ਲੱਗ ਜਾਂਗੇ, ਜਾਂ ਕੋਈ ਮਿਊਜ਼ਿਕ ਸੁਣ ਲਾਂਗੇ, ਜਾਂ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਗੇ, ਜਾਂ ਕੋਈ
ਇਹ ਗੱਲ ਉੱਥੇ ਅਸੀਂ ਮਾਰ ਖਾ ਗਏ ਬਸ। ਜਦੋਂ ਉਹ ਤੁਸੀਂ ਮੈਡੀਟੇਸ਼ਨ ਕਰ ਰਹੇ ਹੋ, ਸਾਹਾਂ 'ਤੇ ਫੋਕਸ ਕਰ ਰਹੇ ਹੋ, ਸਾਹਾਂ 'ਤੇ ਬਾਰ-ਬਾਰ ਵਾਪਸ ਸਾਹਾਂ 'ਤੇ ਆਈ ਜਾਓ, ਸਾਹਾਂ ਤੋਂ ਉਖੜੋਗੇ, ਵਿਚਾਰ ਆਉਣਗੇ, ਫਿਰ ਸਾਹਾਂ 'ਤੇ ਆ ਜਾਓ। ਤਾਂ ਉਹ ਜਿਹੜੇ ਵਿਚਾਰ ਆ ਗਏ, ਨੈਗੇਟਿਵ ਵਿਚਾਰ ਆ ਗਏ, ਜਿਹੜੇ ਕਿ ਤੁਹਾਨੂੰ ਡਿਸਟਰਬ ਕਰਨ ਵਾਲੇ ਆ, ਜਿਹੜੇ ਕਿ ਤੁਹਾਨੂੰ ਤੁਹਾਡੀ ਨੁਕਸਾਨ ਕਰਨ ਵਾਲੇ ਆ, ਤਾਂ ਉਹ ਵਿਚਾਰਾਂ 'ਤੇ ਨੂੰ ਦੇਖਣਾ। ਫਿਰ ਜਦੋਂ ਆ ਰਹੇ ਆ ਤਾਂ ਉਹਨਾਂ ਨੂੰ ਵਿਟਨੈਸ ਕਰਨਾ, ਉਹਨਾਂ ਤੋਂ ਭੱਜਣਾ ਨਹੀਂ, ਨਾ ਉਹਨਾਂ ਨੂੰ ਅਪੋਜ਼ ਕਰਨਾ, ਨਾ ਉਹਨਾਂ ਦੇ ਨਾਲ ਫਲੋ ਕਰਨਾ, ਬਸ ਸਿਰਫ ਦੇਖਣਾ। ਐਂ ਦੇਖਣਾ ਕਿ ਮੈਂ ਕੋਈ ਹੋਰ ਚੀਜ਼ ਹਾਂ ਅਤੇ ਮੇਰਾ ਵਿਚਾਰ ਕੋਈ ਹੋਰ ਚੀਜ਼ ਹੈ। ਤਾਂ ਉਹ ਵਿਚਾਰ ਨੂੰ ਬੋਲਡਲੀ ਦੇਖਣਾ, ਡਰਨਾ ਨਹੀਂ ਉਹ ਤੋਂ। ਜਿਹਨੂੰ ਕਹਿੰਦੇ ਅੱਖਾਂ 'ਚ ਅੱਖਾਂ ਪਾ ਕੇ ਦੇਖਣਾ ਉਹਦੇ ਵਿਚਾਰ ਦੇ। ਅੱਖਾਂ 'ਚ ਵਿੱਚ ਪਾ ਕੇ ਜਦੋਂ ਦੇਖਾਂਗੇ ਅਸੀਂ ਉਸ ਵਿਚਾਰ ਦੇ, ਤਾਂ ਉਹ ਵਿਚਾਰ ਜਿਹੜਾ ਦੋ ਕਿਸਮ ਦੇ ਮੈਸੇਜ ਆਉਣਗੇ ਹੌਲੀ ਹੌਲੀ। ਪਹਿਲੇ ਤਾਂ ਨਹੀਂ ਆਉਣਗੇ, ਇੱਕ ਮੈਸੇਜ ਆਊਗਾ ਕਿ ਤੁਹਾਨੂੰ ਸੋਲਿਊਸ਼ਨ ਆ ਜਾਏਗਾ ਕਿ ਜਿਹੜਾ ਆਹ ਵਿਚਾਰ ਮੈਨੂੰ ਡਿਸਟਰਬ ਕਰ ਰਿਹਾ ਹੈ, ਇਹਦਾ ਸੋਲਿਊਸ਼ਨ ਆਹ ਹੈ। ਕੁਦਰਤ ਤੁਹਾਡੇ ਕੰਨ 'ਚ ਫੁੱਸ ਕਰ ਜਾਏਗੀ ਵੀ ਆਹ ਕਰ ਬੇਟਾ, ਇਹ ਠੀਕ ਹੋ ਜਾਏਗਾ। ਜੇ ਤੁਹਾਨੂੰ ਲੱਗੇ ਜੇ ਉਹ ਵਿਚਾਰ ਹੱਲ ਨਹੀਂ ਹੋ ਸਕਦਾ, ਜੇ ਉਹਦਾ ਕੋਈ ਸੋਲਿਊਸ਼ਨ ਨਹੀਂ ਹੈਗਾ, ਤਾਂ ਤੁਹਾਡੇ ਮਨ 'ਚ ਆ ਜਾਏਗਾ ਕਿ ਛੱਡ ਪਰੇ, ਦਫਾ ਕਰ, ਇਹ ਕੋਈ ਕੰਮ ਤੇਰੇ ਕੋਈ ਐਡੀ ਕੀ ਖਾਸ ਗੱਲ ਹੈ। ਜੇ ਕੋਈ ਬੰਦੇ ਨੇ ਤੈਨੂੰ ਗਾਲ ਕੱਢਤੀ, ਜੇ ਬੰਦੇ ਨੇ ਕੋਈ ਬੜਾ ਭਲਾ ਕਹਿ ਦਿੱਤਾ, ਤਾਂ ਦਫਾ ਕਰ, ਤੂੰ ਕੀ ਲੈਣਾ ਇਸ ਗੱਲ ਤੋਂ, ਤੂੰ ਆਪਣਾ ਕੰਮ ਕਰ। ਤਾਂ ਸੋ ਇੱਦਾਂ ਦੋ ਤਰੀਕੇ ਹੁੰਦੇ ਕੁਦਰਤ ਦੇ ਹੱਲ ਕਰਨ ਦੇ। ਜਾਂ ਤਾਂ ਤੁਹਾਨੂੰ ਸੋਲਿਊਸ਼ਨ ਦੇ ਜਾਏਗੀ, ਜੇ ਸੋਲਿਊਸ਼ਨ ਨਹੀਂ ਹੋਣ ਵਾਲਾ ਤਾਂ ਤੁਹਾਨੂੰ ਕਹਿ ਦੇਗੀ ਵੀ ਦਫਾ ਕਰ। ਤਾਂ ਉਹ ਕੀ ਹੋਏਗਾ, ਹੌਲੀ ਹੌਲੀ ਉਹ ਤੁਹਾਡੇ ਮਨ 'ਚ ਉਹ ਜਿਹੜਾ ਵਿਚਾਰ ਨੇ ਉਹ ਡਰੋਪ ਕਰਨੇ ਸ਼ੁਰੂ ਹੋ ਜਾਣਗੇ, ਜਿਹੜੇ ਕਿ ਸਟ੍ਰੈਸ ਕ੍ਰੀਏਟ ਕਰਦੇ ਆ। ਹੁਣ ਇਹ ਆ ਗਈ ਵਿਚਾਰਾਂ ਦੀ ਗੱਲ। ਹੁਣ ਵਿਚਾਰਾਂ ਦੀ ਗੱਲ ਤੋਂ ਵੀ ਅੱਗੇ ਗਹਿਰੀ ਗੱਲ ਹੈ ਕਿ ਤੁਸੀਂ ਕੀ ਹੋ। ਇਹਦਾ ਥੋੜ੍ਹਾ ਮਨ ਸੀ ਨਾ ਜਿਹੜਾ ਕਿ ਨੈਗੇਟਿਵ ਵਿਚਾਰਾਂ ਤੋਂ ਪ੍ਰਭਾਵਿਤ ਹੋ ਰਿਹਾ, ਉਹਦੇ ਅੰਦਰ ਪੋਜ਼ੀਟਿਵ ਵਿਚਾਰ ਵੀ ਆਉਣਗੇ, ਉਹ ਵੈਲਕਮ ਹੁੰਦੇ ਆ। ਜਦੋਂ ਨੈਗੇਟਿਵ ਘਟਦੇ ਜਾਣਗੇ ਤਾਂ ਪੋਜ਼ੀਟਿਵ ਹੋਰ ਪੋਜ਼ੀਟਿਵ ਹੋ ਜਾਣਗੇ। ਸਾਈਕੋਲੋਜੀ ਕਹਿੰਦੀ ਹੈ ਕਿ 50,000 ਵਿਚਾਰ ਤੁਹਾਨੂੰ ਹਰ ਰੋਜ਼ ਤੁਹਾਡੇ ਮਨ 'ਚ ਆਉਂਦੇ। 50,000 ਵਿਚਾਰ, ਇਮੈਜਿਨ ਕਰੋ 50,000 ਵਿਚਾਰ ਮਾਈਂਡ ਕਿਵੇਂ ਹੈਂਡਲ ਕਰਦਾ ਹੋਊਗਾ। ਉਹ ਤੁਸੀਂ ਐਵੇਂ ਇਮੈਜਿਨ ਕਰੋ ਵੀ ਸਾਰੇ ਸ਼ਹਿਰ ਦੀਆਂ ਜਿਹੜੀਆਂ ਕਾਰਾਂ ਨੇ ਇੱਕਦਮ ਉਹ ਸੜਕਾਂ 'ਤੇ ਆ ਜਾਣ ਘਰਾਂ ਤੋਂ ਨਿਕਲ ਕੇ, ਤਾਂ ਕੀ ਹੋਊਗਾ? ਉਹ ਟ੍ਰੈਫਿਕ ਜੈਮ ਹੋ ਜਾਏਗਾ, ਕੋਈ ਚੱਲ ਨਹੀਂ ਸਕੇ। ਤਾਂ ਇਹ ਹਾਲ ਸਾਡੇ ਮਾਈਂਡ ਦਾ ਹੁੰਦਾ। ਤਾਂ ਜਦੋਂ ਅਸੀਂ ਆਹ ਕੰਮ ਕਰਦੇ ਹਾਂ, ਮੈਡੀਟੇਸ਼ਨ ਕਰਦੇ ਹਾਂ, ਜਿਹੜੇ ਨੈਗੇਟਿਵ ਵਿਚਾਰ ਹੁੰਦੇ ਆ ਦੇ ਸਟਾਰਟ ਫੋਲਿੰਗ, ਉਹ ਗਿਰਨਾ ਸ਼ੁਰੂ ਹੋ ਜਾਂਦੇ ਆ। ਉਹ ਕਿੰਨੇ ਹੁੰਦੇ ਆ? 90%। ਸਿਰਫ 10% ਵਿਚਾਰ ਜਿਹੜੇ ਹੁੰਦੇ ਆ ਉਹ ਪੋਜ਼ੀਟਿਵ ਹੁੰਦੇ ਆ, ਜਾਂ ਯੂਜ਼ਫੁਲ ਹੁੰਦੇ ਆ, ਜਾਂ ਲੋੜੀਂਦੇ ਹੁੰਦੇ ਆ। 90% ਵਿਚਾਰ ਜਾਂ ਤਾਂ ਯੂਜ਼ਲੈਸ ਨੇ ਜਾਂ ਹਾਰਮਫੁਲ ਨੇ। ਉਹ 90% ਹੌਲੀ ਕਰਨੇ ਸ਼ੁਰੂ ਹੋ ਜਾਂਦੇ। ਜਿਹੜਾ ਬੰਦਾ ਰੋਜ਼ ਮੈਡੀਟੇਸ਼ਨ ਕਰਦਾ ਉਹ ਵਿਚਾਰ ਹੌਲੀ ਗਿਰਦੇ ਜ਼ੀਰੋ 'ਤੇ ਆ ਜਾਂਦੇ ਆ। ਜਿਹੜੇ ਪਹੁੰਚੇ ਪੁਰਖ ਹੁੰਦੇ, ਮਹਾਂਪੁਰਖ ਹੁੰਦੇ ਆ, ਉਹਨਾਂ ਦੇ ਵਿੱਚ ਉਹ ਸਥਿਤੀ ਹੁੰਦੀ ਹੈ। ਉਹਨਾਂ ਨੂੰ ਸਿਰਫ ਵਿਚਾਰ ਉਹੀ ਆਉਂਦੇ ਆ ਜਿਹੜੇ ਕਿ ਪੋਜ਼ੀਟਿਵ ਹੁੰਦੇ ਆ, ਉਹਨਾਂ ਨੂੰ ਨੈਗੇਟਿਵ ਵਿਚਾਰ ਆਉਂਦਾ ਹੀ ਨਹੀਂ ਹੈ। ਤੁਸੀਂ ਪਾਓਗੇ ਕਿ ਉਹ ਡਿਸਟਰਬ ਹੀ ਨਹੀਂ ਹੁੰਦੇ। ਉਹਨੂੰ ਕੋਈ ਗਾਲ ਕੱਢ ਜੇ, ਬੰਦਾ ਬੋਲ ਜੇ, ਚੰਗਾ ਬੋਲ ਜੇ, ਕੁਛ ਨਹੀਂ, ਉੱਤੇ ਕੋਈ ਡਿਸਟਰਬੈਂਸ ਨਹੀਂ ਹੁੰਦੀ, ਕਿਉਂਕਿ ਉਹ ਨੈਗੇਟਿਵ ਵਿਚਾਰ ਹੈ ਹੀ ਨਹੀਂ ਉਹਨਾਂ 'ਚ। ਉਹ ਸਿਰਫ ਉਹ ਸੋਚਣਗੇ ਵੀ ਕਿਸੇ ਦਾ ਭਲਾ ਕਿਵੇਂ ਕਰਨਾ ਹੈ, ਕਿਸੇ ਨੂੰ ਅੱਛੀ ਗੱਲ ਕਿਵੇਂ ਕਰਨੀ ਹੈ, ਉਹਦੀ ਉੱਥੇ। ਉਹ ਉਹਨਾਂ ਦੇ ਫਿਰ ਜਿਹੜੇ ਉਹ ਵਿਚਾਰ ਹੁੰਦੇ ਆ 10%, ਉਹ 100% ਊਰਜਾ ਨੂੰ ਮਿਲ ਜਾਂਦੀ ਉਹਨਾਂ ਨੂੰ। ਜਿਹੜੀ ਪਹਿਲਾਂ ਊਰਜਾ 100 ਵਿਚਾਰਾਂ ਨੂੰ ਮਿਲ ਰਹੀ ਸੀ, ਹੁਣ ਊਰਜਾ 10 ਵਿਚਾਰਾਂ ਨੂੰ ਮਿਲ ਰਹੀ ਹੈ। ਤਾਂ ਉਹ ਜਿਹੜੇ ਵਿਚਾਰ ਨੇ 10 ਗੁਣਾ ਜ਼ਿਆਦਾ ਪਾਵਰਫੁਲ ਹੋ ਜਾਣਗੇ। ਤਾਂ ਤੁਹਾਡੀ ਐਫੀਸ਼ੀਐਂਸੀ ਵੱਧ ਜਾਏਗੀ। ਤੁਹਾਡੇ ਆਲੇ ਦੁਆਲੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਣਗੇ, ਤੁਹਾਨੂੰ ਚੰਗਾ ਕਹਿਣਗੇ, ਤੁਹਾਡੇ ਨਾਲ ਪਿਆਰ ਕਰਨਗੇ, ਤੁਹਾਨੂੰ ਮੁਹੱਬਤ ਕਰਨਗੇ, ਤੁਹਾਡੀ ਗੱਲ ਮੰਨਣਗੇ। ਤਾਂ ਉਹ ਇਸ ਕਰਕੇ ਮੰਨਣੀ ਸ਼ੁਰੂ ਕਰ ਦਿੰਦੇ ਆ ਕਿ ਜਿਹੜੇ ਤੁਹਾਡੇ ਮਨ 'ਚ ਪੋਜ਼ੀਟਿਵ ਵਿਚਾਰ ਸੀਗੇ ਉਹ ਪਾਵਰਫੁਲ ਹੋ ਗਏ ਬਹੁਤ ਜ਼ਿਆਦਾ। ਸੋ ਇਹ ਮਾਈਂਡ ਦੀ ਗੱਲ ਹੋ ਗਈ। ਹੁਣ ਮਾਈਂਡ ਵੀ ਜਿਹੜਾ ਹੁੰਦਾ ਉਹ ਇੱਕ ਹੋਰ ਮੂਲ ਨਾਲ ਜੁੜਿਆ ਹੋਇਆ, ਜਿਹਨੂੰ ਅਸੀਂ ਚੇਤਨਾ ਕਹਿੰਦੇ ਹਾਂ ਜਾਂ ਆਤਮਾ ਕਹਿੰਦੇ ਹਾਂ। ਹੁਣ ਉਹ ਜਿਹੜਾ ਅਸਲ 'ਚ ਉੱਥੇ ਆਉਣਾ ਬਹੁਤ ਜ਼ਰੂਰੀ ਹੈ। ਜਿਹੜਾ ਬੰਦਾ ਉੱਥੇ ਆ ਗਿਆ ਉਹ ਫਿਰ ਤਣਾਅ ਮੁਕਤ ਹੋ ਜਾਂਦਾ, ਉਹਨੂੰ ਤਣਾਅ ਡਿਸਟਰਬ ਨਹੀਂ ਕਰਦਾ। ਉਹ ਮੂਲ ਕੀ ਹੈ ਕਿ ਉਹ ਮੂਲ ਹੈ ਜਿਹਨੂੰ ਆਤਮਾ ਕਹਿੰਦੇ ਆ ਵਿਅਕਤੀਗਤ ਤੌਰ 'ਤੇ, ਅਤੇ ਪਰਮਾਤਮਾ ਕਹਿੰਦੇ ਆ ਸਮੂਹਿਕ ਪਰਮਾਤਮਾ। ਹੁਣ ਉਹ ਪਰਮਾਤਮਾ ਤਾਂ ਪਹਿਲੀ ਗੱਲ ਤਾਂ ਮਾਈਂਡ ਹੀ ਕਦੇ ਨਹੀਂ ਲੱਭਦਾ। ਹੁਣ ਮਾਈਂਡ ਆਪਾਂ ਵਿਚਾਰਾਂ ਦੀ ਗੱਲ ਕੀਤੀ ਹੈ, ਜਿਹਦੇ ਕਿਤੇ ਤੁਸੀਂ ਬ੍ਰੇਨ ਨੂੰ ਖੋਲ੍ਹ ਲਓ ਕਿਸੇ ਬੰਦੇ ਦੇ, ਜਦੋਂ ਸਰਜਨ ਖੋਲ੍ਹਦਾ ਉਹਦੇ ਵਿਚਾਰ ਥੋੜ੍ਹਾ ਲੱਭਦੇ, ਕਿਤੇ ਬੁੱਧੀ ਨਹੀਂ ਲੱਭਦੀ, ਕਿਤੇ ਵਿਚਾਰ ਨਹੀਂ ਲੱਭਦੇ, ਕੁਛ ਨਹੀਂ ਲੱਭਦਾ। ਉਹ ਤਾਂ ਫੰਕਸ਼ਨ ਹੈ, ਉਹਦਾ ਫੰਕਸ਼ਨਲ ਪਾਰਟ ਹੈ, ਇਨਵਿਜ਼ੀਬਲ ਹੈ, ਊਰਜਾ ਉਹ ਬ੍ਰੇਨ ਦੀ ਊਰਜਾ ਹੈ। ਸੋ ਇਸੇ ਤਰ੍ਹਾਂ ਜਿਹੜੀ ਉਹ ਊਰਜਾ ਹੈ ਉਸ ਤੋਂ ਵੀ ਗਹਿਰੀ ਹੈ ਜਿੱਥੇ ਚੇਤਨਾ ਹੈ। ਚੇਤਨਾ ਇੱਕ ਬੇਸ ਹੈ ਜਿੱਥੋਂ ਇਹ ਸਾਰੇ ਵਿਚਾਰ ਪੈਦਾ ਹੁੰਦੇ ਆ। ਜਿਸ ਤਰ੍ਹਾਂ ਸਮੁੰਦਰ ਹੁੰਦਾ ਹੈ, ਸਮੁੰਦਰ ਇੱਕ ਬੇਸ ਹੈ, ਉਹਦੇ 'ਚ ਜਿਹੜੀਆਂ ਲਹਿਰਾਂ ਨੇ ਉਹ ਸਿਰਫ ਦਿਖਦੀਆਂ ਲਹਿਰਾਂ ਨੇ, ਲੇਕਿਨ ਅਸਲ 'ਚ ਉਹ ਸਮੁੰਦਰ ਹੈ। ਇੱਦਾਂ ਹੀ ਜਿੱਦਾਂ ਸਮੁੰਦਰ ਦੇ ਵਿੱਚ ਸਿਰਫ ਲਹਿਰਾਂ ਹੁੰਦੀਆਂ ਨੇ, ਲਹਿਰਾਂ ਵਿਚਾਰ ਨੇ, ਲਹਿਰਾਂ ਤੁਹਾਡੀ ਬੁੱਧੀ ਨੇ, ਲਹਿਰਾਂ ਤੁਹਾਨੂੰ ਦਿਖ ਰਹੀਆਂ ਨੇ, ਲੇਕਿਨ ਜਿਹੜਾ ਚੇਤਨਾ ਹੈ, ਸਮੁੰਦਰ ਹੈ, ਸ਼ਾਂਤ ਸਮੁੰਦਰ ਹੈ, ਉਹ ਨਹੀਂ ਦਿਖਦਾ। ਤਾਂ ਉਹ ਜਿਹੜਾ ਸ਼ਾਂਤ ਸਮੁੰਦਰ ਹੈ ਉਹ ਕਿਤੇ ਨਾ ਕਿਤੇ ਉਹਦੇ ਨਾਲ ਜੁੜਨਾ ਬਹੁਤ ਜ਼ਰੂਰੀ, ਕਿਉਂਕਿ ਬੇਸ ਉਹੀ ਹੈ, ਆਧਾਰ ਉਹੀ ਹੈ। ਜਿਹੜਾ ਆਧਾਰ ਹੈ
ਮਨ ਦਾ ਆਧਾਰ ਹੈ ਉਹ ਚੇਤਨਾ ਹੈ। ਉਹਨੂੰ ਆਤਮਾ ਕਹਿ ਦਿੰਦੇ ਆਪਾਂ, ਧਾਰਮਿਕ ਸ਼ਬਦਾਵਲੀ 'ਚ ਉਹਨੂੰ ਕਹਿੰਦੇ ਆ ਆਤਮਾ। ਸਾਇੰਸ ਉਹਨੂੰ ਕਹਿੰਦੀ ਕੌਨਸ਼ੀਅਸਨੈਸ, ਅਵੇਅਰਨੈਸ। ਉਹ ਅਵੇਅਰਨੈਸ ਮੇਰੀ ਜਿਹੜੀ ਇੰਡੀਵਿਜੂਅਲ ਅਵੇਅਰਨੈਸ ਹੈ ਉਹ ਯੂਨੀਵਰਸਲ ਅਵੇਅਰਨੈਸ ਦਾ ਪਾਰਟ ਹੈ। ਹੁਣ ਯੂਨੀਵਰਸ ਦੇ ਵਿੱਚ ਉਹ ਚੇਤਨਾ ਅਸਲ 'ਚ ਇੱਥੇ ਜਾਣੀ ਚਾਹੀਦੀ ਹੈ ਕਿ ਮੈਂ ਕੋਈ ਇਕੱਲਾ ਨਹੀਂ ਹਾਂ, ਮੇਰੀ ਕੋਈ ਔਕਾਤ ਨਹੀਂ ਹੈ, ਜਾਂ ਮੇਰੀ ਕੋਈ ਔਕਾਤ ਦਾ ਮਤਲਬ ਮੇਰੀ ਕੋਈ ਇੰਡੀਪੈਂਡੈਂਟ ਜਾਂ ਵੱਖਰੀ ਹਸੀਅਤ ਨਹੀਂ ਹੈ, ਮੈਂ ਟੋਟਲ ਦਾ ਪਾਰਟ ਹਾਂ। ਅੱਜ ਵਿਗਿਆਨ, ਪਹਿਲਾਂ ਤਾਂ ਉਪਨਿਸ਼ਦ ਦਾ ਕਹਿੰਦੇ ਨੇ, ਗੁਰਬਾਣੀ ਵੀ ਕਹਿੰਦੀ ਹੈ ਕਿ ਸਾਰਾ ਕੁਝ ਇਕੱਠਾ ਹੀ ਹੈ। ਇੱਕ ਅਸੀਂ ਕਿ ਉਹਦੇ 'ਚ ਅਦਵੈਤ ਦੀ ਗੱਲ ਜਿਹੜੀ ਹੁੰਦੀ ਹੈ, ਅਦਵੈਤ, ਉਹ ਵੇਦਾਂਤ ਜੋ ਕਹਿੰਦਾ, ਵੇਦਾਂਤ ਕਹਿੰਦਾ, ਗੁਰੂ ਸਾਹਿਬ ਨੂੰ ਵੀ ਵੇਦਾਂਤੀ ਕਹਿੰਦੇ ਸੀ, ਗੁਰੂ ਨਾਨਕ ਸਾਹਿਬ ਨੂੰ ਪਹਿਲਾਂ ਵੇਦਾਂਤੀ ਕਹਿੰਦੇ ਸੀ ਲੋਕ। ਵੇਦਾਂਤੀ ਦਾ ਮਤਲਬ ਕਿ ਜੋ ਵੇਦਾਂ ਦਾ ਸਾਰ ਅੰਸ਼ ਹੈ ਉਹ ਗੁਰੂ ਸਾਹਿਬ ਨੇ ਗੁਰਬਾਣੀ 'ਚ ਸੁੰਦਰ ਢੰਗ ਨਾਲ ਦੇ ਦਿੱਤਾ, ਵੇਦਾਂਤ ਹੈ। ਤਾਂ ਉਹਦੇ 'ਚ ਅਦਵੈਤ ਉਹਦਾ ਕੇਂਦਰਿਤ ਹੈ ਕਿ ਦੋ ਨਹੀਂ, ਦੇਰ ਆਰ ਨੋ ਟੂ। ਇੱਕ ਨਹੀਂ ਕਹਿੰਦੇ ਉਹ, ਇੱਕ ਕਹਿਣ ਨਾਲ ਫਿਰ ਲੱਗਦਾ ਕਿ ਦੂਜਾ ਕੁਛ ਹੈਗਾ। ਦੋ ਨਹੀਂ, ਨਹੀਂ ਦੋ ਨਹੀਂ, ਦੋ ਨਹੀਂ, ਕਿਤੇ ਵੀ ਦੋ ਨਹੀਂ, ਇੱਕੋ ਹੀ, ਸਾਰਾ ਕੁਛ ਇੱਕ ਹੈ। ਉਹਨੂੰ ਗੁਰੂ ਸਾਹਿਬ ਨੇ ਇੱਕ ਓਂਕਾਰ ਕਿਹਾ, ਜਾਂ ਕਿਸੇ ਅੱਡ ਸ਼ਕਲਾਂ 'ਚ ਉਹਦਾ ਹੀ ਵਾਦਾ ਵਰਣਨ ਹੈ। ਉਹ ਅਸਲ 'ਚ ਉਹ ਸਥਿਤੀ ਜਿਹੜੀ ਹੈ ਪੂਰਨ ਤਣਾਅ ਮੁਕਤੀ ਲਈ, ਉਹ ਸਥਿਤੀ 'ਚ ਹੋਣਾ ਬਹੁਤ ਜ਼ਰੂਰੀ ਹੈ। ਔਰ ਉਹ ਸਥਿਤੀ 'ਚ ਹੋਣਾ ਪਲ ਦੋ ਪਲ ਹੀ ਨਹੀਂ, ਹਰ ਪਲ, ਜਿਹੜੀ ਜੇ ਉਸ ਹਰ ਪਲ ਉਸ ਸਥਿਤੀ 'ਚ ਰਹਿਣਾ ਕਿ ਦੋ ਨਹੀਂ ਇੱਕੋ ਹੀ ਹੈ। ਉਹ ਕਰਨ ਲਈ ਇਸ ਮੈਡੀਟੇਸ਼ਨ ਦੀ ਅਗਲੀ ਸਟੇਜ ਕੀ ਹੈ, ਉਹਦਾ ਸਿੰਪਲ ਜਿਹੇ ਟਿਪਸ ਹੋ ਸਕਦੇ ਆ। ਉਦਾਹਰਨ ਦੇ ਤੌਰ 'ਤੇ ਤੁਸੀਂ ਸੂਰਜ ਨੂੰ ਦੇਖੋ, ਸੁਬਾਹ ਉੱਠਦੇ ਅੰਮ੍ਰਿਤ ਵੇਲੇ ਤੁਸੀਂ ਉੱਠੇ, ਮੈਡੀਟੇਸ਼ਨ ਕਰ ਲਈ, ਫਿਰ ਸੂਰਜ ਚੜ੍ਹ ਰਿਹਾ ਤਾਂ ਸੂਰਜ ਵੱਲ ਦੇਖੋ। ਉਹਨੂੰ ਸਨ ਗੇਜ਼ਿੰਗ ਵੀ ਕਹਿੰਦੇ ਨੇ, ਅੱਖਾਂ ਲਈ ਵੀ ਵਧੀਆ, ਅੱਖਾਂ ਲਈ ਬਹੁਤ ਅੱਛਾ ਮੰਨਿਆ ਜਾਂਦਾ। ਜੋ ਲਾਲ ਸੂਰਜ ਹੈ ਤਾਂ ਹਾਂ, ਜੋ ਲਾਲ ਹੈ, ਲਾਲ ਸੂਰਜ ਹੈ, ਉਹ ਠੰਡਾ ਸੂਰਜ ਹੈ। ਅਜੇ ਗਰਮੀ ਨਹੀਂ ਪੂਰੀ ਆਈ ਤਾਂ ਠੰਡਾ ਸੂਰਜ, ਉਹਦੇ ਵੱਲ ਦੇਖੋ ਤਾਂ ਉਹ ਅਵੇਅਰ, ਉਹ ਜਿਹੜਾ ਉਹਨੂੰ ਆਪਾਂ ਕਹਿੰਦੇ ਆ ਸਨ ਗੇਜ਼ਿੰਗ। ਲੇਕਿਨ ਸਨ ਗੇਜ਼ਿੰਗ ਦਾ ਚਲੋ ਇੱਕ ਫਿਜ਼ੀਕਲ ਗੱਲ ਹੋ ਗਈ ਨਾ ਅੱਖਾਂ ਵਾਸਤੇ, ਲੇਕਿਨ ਸਨ ਗੇਜ਼ਿੰਗ ਜਦੋਂ ਕਰ ਰਹੇ ਹੋ ਤੁਸੀਂ ਤਾਂ ਇਮੈਜਿਨ ਕਰੋ ਤੁਹਾਡਾ ਸੂਰਜ ਨਾਲ ਰਿਸ਼ਤਾ ਕੀ ਹੈ। ਬਾਰ-ਬਾਰ ਆਪਣੇ ਮਨ 'ਚ ਲੈ ਕੇ ਆਓ ਕਿ ਸੂਰਜ ਨੂੰ ਦੇਖਦੇ ਰਹੋ। ਉਹ ਸੂਰਜ ਨੂੰ ਜਦੋਂ ਦੇਖੋਗੇ ਤੁਸੀਂ ਤਾਂ ਸੂਰਜ ਦੇ ਨਾਲ ਇਕੱਲਾ ਸੂਰਜ ਨਹੀਂ ਦਿਖੇਗਾ, ਤੁਹਾਨੂੰ ਪੂਰਨ ਆਕਾਸ਼ ਦਿਖੇਗਾ। ਤੁਹਾਡੇ ਉਸ ਵਿਜ਼ੂਅਲ ਫੀਲਡ 'ਚ ਦਰਖਤ ਵੀ ਹੋਣਗੇ, ਦਰਖਤ ਦੇ ਨਾਲ ਪੰਛੀ ਵੀ ਉੱਡਦੇ ਫਿਰਦੇ ਹੋਣਗੇ, ਕੋਈ ਹੋਰ ਜੀਵ ਜੰਤੂ, ਮਨੁੱਖ, ਸਾਰਾ ਚਹਿਲ ਪਹਿਲ ਜੋ ਚੱਲ ਰਹੀ ਹੋਵੇਗੀ। ਤਾਂ ਇਹ ਆਪਣੇ ਆਪ ਨੂੰ ਉਸ ਸਾਰੇ ਫੀਲਡ ਨਾਲ ਜਾਂ ਸੂਰਜ ਨਾਲ ਰਿਸ਼ਤੇਦਾਰੀ ਕੀ ਮੇਰੀ, ਜਦੋਂ ਅਸੀਂ ਉਹ ਕੱਢਾਂਗੇ ਤਾਂ ਰਿਸ਼ਤੇਦਾਰੀ ਮੇਰੀ ਦੇਖੋ, ਸੂਰਜ ਨਾਲ ਕੀ ਰਿਸ਼ਤੇਦਾਰੀ ਹੈ ਮੇਰੀ। ਸੂਰਜ ਕਹਿਣ ਨੂੰ ਆਪਾਂ ਇਗਨੋਰ ਮਾਰਦੇ ਆ ਵੀ ਸੂਰਜ ਹੈਗਾ ਤਾਂ ਹੈਗਾ, ਲੇਕਿਨ ਸੂਰਜ ਤੋਂ ਬਿਨਾਂ ਮੈਂ ਨਹੀਂ, ਮੇਰਾ ਕੁਛ ਨਹੀਂ ਹੈ। ਸੂਰਜ ਹੀ ਦੇ ਸਿਰ 'ਤੇ ਹੀ ਧਰਤੀ ਖੜੀ ਆ, ਉਹਦੇ ਸਿਰ 'ਤੇ ਕਾਸਮੋਸ ਦੇ ਅੰਦਰ ਸੂਰਜ ਨਾ ਹੋਵੇ ਤਾਂ ਧਰਤੀ ਨਹੀਂ ਹੋ ਸਕਦੀ। ਸੂਰਜ ਦੇ ਸਿਰ 'ਤੇ ਖੜੀ ਆ, ਫਿਰ ਸੂਰਜ ਦਾ ਧਰਤੀ ਨੂੰ ਗਰਮਾਉਂਦਾ। ਜੇ ਸੂਰਜ ਅੱਜ ਨਾ ਹੋਵੇ ਤਾਂ ਧਰਤੀ ਠੰਡੀ ਯਕ ਠੰਡੀ ਹੋ ਜਾਏਗੀ, ਬਰਫ਼ ਹੀ ਬਰਫ਼ ਜੰਮ ਜਾਏਗੀ ਇੱਥੇ। ਫਿਰ ਉਸ ਤੋਂ ਬਾਅਦ ਉਹ ਸੂਰਜ ਜਿਹੜਾ ਉਹ ਪੌਦਿਆਂ ਨੂੰ ਸਾਰਾ ਦਿੰਦਾ, ਊਰਜਾ ਦਿੰਦਾ। ਪੌਦੇ ਫਿਰ ਉਹ ਊਰਜਾ ਤੋਂ ਫੂਡ ਬਣਾਉਂਦੇ ਆ, ਉਹ ਫੂਡ ਤੋਂ ਉਹਨੂੰ ਅੱਗੇ ਜੀਵ ਜੰਤੂ ਖਾਂਦੇ ਆ, ਅਤੇ ਅੱਗੇ ਦੇ ਅੱਗੇ ਸਾਰਾ ਮੈਂ ਵੀ ਪੂਰੇ ਪ੍ਰੋਸੈਸ ਜੁੜਿਆ ਹੋਇਆ। ਉਦਾਹਰਨ ਦੇ ਤੌਰ 'ਤੇ ਉਹ 'ਚ ਦੋ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਲਈ ਬਹੁਤ ਇੰਪੋਰਟੈਂਟ ਨੇ। ਇੱਕ ਗੱਲ ਸਾਹ, ਮੈਂ ਹਾਂ ਕਿਉਂਕਿ ਮੇਰੇ ਸਵਾਸ ਚੱਲ ਰਹੀ ਹੈ। ਜਦੋਂ ਮੇਰੀ ਸਵਾਸ ਨਹੀਂ ਚੱਲ ਰਹੀ ਤਾਂ ਮੈਂ ਨਹੀਂ ਹਾਂ। ਉਹ ਜਦੋਂ ਸਵਾਸ ਚੱਲ ਰਹੀ ਹੈ, ਉਹ ਸਵਾਸ ਕਿੱਥੋਂ ਆ ਰਹੀ ਹੈ? ਸਵਾਸ ਦੇ ਦੋ ਹਿੱਸੇ ਨੇ, ਇੱਕ ਹਿੱਸਾ ਹੈਗਾ ਹਵਾ, ਇੱਕ ਹਿੱਸਾ ਹੈਗਾ ਕਿ ਸਵਾਸ ਲੈਣ ਵਾਲੀ ਸ਼ਕਤੀ ਦੀ ਸ਼ਕਤੀ, ਕਿ ਮੇਰੇ ਮਸਲ ਕੰਮ ਕਰ ਰਹੇ ਆ ਅਤੇ ਉਹ ਸਾਹ ਲੈ ਰਹੇ ਆ। ਹਵਾ ਕਿੱਥੋਂ ਆ ਰਹੀ ਹੈ? ਸੂਰਜ ਦਰਖਤਾਂ ਨੂੰ ਦੇ ਰਿਹਾ ਊਰਜਾ, ਦਰਖਤ ਉਹ ਸੂਰਜ ਦੀ ਊਰਜਾ ਲੈ ਕੇ ਆਕਸੀਜਨ ਬਣਾ ਰਹੇ ਆ ਅਤੇ ਹਵਾ ਬਣਾ ਰਹੇ ਆ। ਸੋ ਇਹਦਾ ਮਤਲਬ ਜਿਹੜੀ ਹਵਾ ਮੈਂ ਲੈ ਰਿਹਾ ਸਾਹ ਦੀ ਸ਼ਕਲ 'ਚ, ਉਹ ਕਿੱਥੋਂ ਆ ਰਹੀ ਹੈ? ਅਲਟੀਮੇਟਲੀ ਸੂਰਜ ਤੋਂ ਆ ਰਹੀ ਹੈ। ਸੂਰਜ ਊਰਜਾ ਕਿੱਥੋਂ ਲੈ ਰਿਹਾ? ਪੂਰੇ ਕਾਸਮੋਸ ਤੋਂ ਲੈ ਰਿਹਾ। ਉਹ ਜਿਹਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ, ਜਿਹਨੂੰ ਅਸੀਂ ਕੁਆਂਟਮ ਫੀਲਡ ਆਫ ਐਨਰਜੀ ਕਹਿ ਦਿੱਤਾ। ਤਾਂ ਪਰਮਾਤਮਾ ਦੀ ਐਨਰਜੀ ਸੂਰਜ ਰਾਹੀਂ ਹੁੰਦੀ ਹੋਈ, ਦਰਖਤਾਂ ਰਾਹੀਂ ਹੁੰਦੀ ਹੋਈ ਆਕਸੀਜਨ ਦੀ ਸ਼ਕਲ 'ਚ ਹਵਾ ਆ ਗਈ, ਹਵਾ ਬਣ ਗਈ। ਤਾਂ ਮੈਂ ਕਿਹਦੇ ਨਾਲ ਕਨੈਕਟਡ ਹਾਂ? ਅਲਟੀਮੇਟ ਨਾਲ ਕਨੈਕਟਡ ਹਾਂ। ਮੈਂ ਸੂਰਜ ਨਾਲ ਵੀ ਕਨੈਕਟਡ ਹਾਂ, ਮੈਂ ਪਰਮਾਤਮਾ ਨਾਲ ਵੀ ਕਨੈਕਟਡ ਹਾਂ, ਮੈਂ ਦਰਖਤਾਂ ਨਾਲ ਵੀ ਕਨੈਕਟਡ ਹਾਂ, ਉਹਨਾਂ ਸਭ ਨਾਲ ਕਨੈਕਟਡ ਹਾਂ। ਤਾਂ ਮੇਰਾ ਸਾਹ ਆ ਰਿਹਾ, ਨਹੀਂ ਤਾਂ ਸਾਹ ਨਹੀਂ ਆਏਗਾ। ਦੂਜੀ ਗੱਲ, ਸਾਹ ਲੈ ਰਿਹਾ ਮੈਂ। ਹੁਣ ਡੈੱਡ ਬੋਡੀ ਤਾਂ ਸਾਹ ਨਹੀਂ ਲੈ ਸਕਦੀ, ਹਵਾ ਤਾਂ ਹੁੰਦੀ, ਡੈੱਡ ਬੋਡੀ ਨਹੀਂ ਸਾਹ ਲੈ ਸਕਦੀ। ਮੇਰੇ ਉਹਦੇ ਲਈ ਜਾਨ ਚਾਹੀਦੀ ਹੈ। ਉਹ ਜਾਨ ਕਿਹਦੇ ਸਿਰ 'ਤੇ ਹੈ? ਉਹ ਗਲੂਕੋਸ ਦੇ ਸਿਰ 'ਤੇ ਹੈ। ਕਿ ਫੂਡ ਦੇ ਅੰਦਰ ਗਲੂਕੋਸ ਨਾਂ ਦੀ ਚੀਜ਼ ਹੁੰਦੀ ਹੈ। ਗਲੂਕੋਸ ਸਰੀਰ 'ਚ ਅੰਦਰ ਜਾ ਕੇ ਬਰਨ ਹੁੰਦੀ ਹੈ, ਉਹਦੇ 'ਚ ਉੱਧਰੋਂ ਫੇਫੜਿਆਂ 'ਚੋਂ ਆਕਸੀਜਨ ਆਉਂਦੀ ਹੈ, ਫੂਡ 'ਚੋਂ ਗਲੂਕੋਸ ਆਉਂਦੀ ਹੈ, ਉਹ ਫਿਰ ਮੇਰੇ ਪੱਠੇ ਚੱਲਦੇ ਆ, ਮੇਰੇ ਪੱਠੇ ਸਾਹ ਲੈਂਦੇ ਆ।
ਉਹ ਗਲੂਕੋਜ਼ ਕਿੱਥੋਂ ਆਉਂਦੀ ਹੈ? ਉਹ ਗਲੂਕੋਜ਼ ਬਣਾਉਣ ਲਈ ਵੀ ਸੂਰਜ ਜਿਹੜਾ ਦਰਖਤਾਂ ਨੂੰ ਊਰਜਾ ਦਿੰਦਾ, ਪੱਤਿਆਂ ਨੂੰ, ਉਹਦੇ ਅੰਦਰ ਗਲੂਕੋਜ਼ ਬਣਦੀ ਹੈ, ਉਹ ਤੋਂ ਫੂਡ ਬਣਦਾ, ਫੂਡ ਮੈਂ ਖਾਂਦਾ, ਉਹ ਮੇਰੀ ਬਾਡੀ ਜਿਹੜੀ ਉਹਨੂੰ ਊਰਜਾ ਕਨਵਰਟ ਕਰਦੀ ਹੈ, ਫਿਰ ਉਹ ਸਾਹ ਆਉਂਦਾ। ਇਹਦਾ ਮਤਲਬ ਸਾਹ ਦੀਆਂ ਦੋ ਹਿੱਸੇ ਨੇ, ਹਵਾ ਹੈ ਤੇ ਮੈਂ ਸਾਹ ਲੈ ਰਿਹਾ। ਉਹ ਦੋਨੋਂ ਹਿੱਸੇ ਕਾਹਦੇ ਨਾਲ ਜੁੜੇ ਹੋਏ ਨੇ? ਅਲਟੀਮੇਟ ਪਰਮਾਤਮਾ ਨਾਲ ਜੁੜੇ ਹੋਏ ਆ, ਸੂਰਜ ਨਾਲ ਜੁੜੇ ਹੋਏ ਆ, ਦਰਖਤਾਂ ਨਾਲ ਜੁੜੇ ਹੋਏ ਆ, ਤੇ ਫਿਰ ਸੋ ਮੈਂ ਹਾਂ ਤਾਂ ਸਾਹ ਹੈ ਤਾਂ ਹੀ ਮੈਂ ਹਾਂ, ਉਹਦੇ ਬਿਨਾਂ ਤਾਂ ਮੈਂ ਨਹੀਂ ਹਾਂ। ਇਹਦਾ ਮਤਲਬ ਕੀ ਹੋਇਆ ਕਿ ਮੈਂ ਉਸ ਦੋ ਨਹੀਂ ਦਾ ਇੱਕ ਹਿੱਸਾ, ਮੈਂ ਕੋਈ ਵੱਖਰਾ ਨਹੀਂ ਹਾਂ, ਮੈਂ ਵੱਖਰਾ ਨਹੀਂ ਹਾਂ। ਤਾਂ ਜਦੋਂ ਇਹ ਲਗਾਤਾਰ ਤੁਸੀਂ ਆਪਣੇ ਆਪ ਨੂੰ ਰਿਮਾਈਂਡ ਕਰਾਉਂਦੇ ਰਹੋਗੇ, ਰੋਜ਼ ਸੂਰਜ ਉੱਠੋਗੇ, ਸੂਰਜ ਦੇ ਨਾਲੇ ਦਰਸ਼ਨ ਕਰੋਗੇ, ਨਾਲੇ ਮੱਥਾ ਟੇਕੋਗੇ ਸ਼ਰਧਾ ਨਾਲ, ਪ੍ਰੇਮ ਨਾਲ, ਕਿ ਸੂਰਜ ਨਾਲ ਇੱਕ ਪ੍ਰੇਮ ਦਾ ਰਿਸ਼ਤਾ ਉਹ ਦਿਖਦਾ ਹੈ। ਪਰਮਾਤਮਾ ਤਾਂ ਦਿਖ ਨਹੀਂ ਰਿਹਾ, ਸੂਰਜ ਤਾਂ ਦਿਖਦਾ ਹੈ ਨਾ। ਤਾਂ ਸੂਰਜਾਂ ਨੂੰ ਜਦੋਂ ਦੇਖਣਾ ਹੈ ਤਾਂ ਇਹਨੇ ਪ੍ਰੇਮ ਨਾਲ ਦੇਖਣਾ ਕਿ ਤੁਹਾਡੀਆਂ ਅੱਖਾਂ 'ਚੋਂ ਅੱਥਰੂ ਆ ਜਾਓ ਕਿ ਮੇਰਾ ਸਰੋਤ ਹੈ, ਮੇਰਾ ਦੇਵਤਾ ਹੈ, ਕਿ ਮੈਂ ਉਹਦੇ। ਜਿਹੜਾ ਪੁਰਾਣਾ ਹਿੰਦੂ ਧਰਮ ਸੂਰਜ ਦੀ ਪੂਜਾ ਕਰਦੇ ਸੀਗੇ, ਐਸੇ ਤਰ੍ਹਾਂ ਕਰਦੇ ਸੀ ਨਾ ਪੁਰਖੇ। ਅੱਜ ਅਸੀਂ ਇਹਨੂੰ ਕਹਤਾ ਵੀ ਇਹ ਵਹਿਮ ਭਰਮ ਨੇ। ਸਵੇਰੇ ਉੱਠ ਕੇ ਸੂਰਜ ਨੂੰ ਜਲ ਦੇਣ ਦਾ ਪ੍ਰੋਸੈਸ ਵੀ ਸ਼ਾਇਦ ਇਸੇ ਹੀ ਤਰੀਕੇ। ਹਾਂ ਬਿਲਕੁਲ, ਆਪਣੀ ਚੇਤਨਾ ਨੂੰ, ਆਪਣਾ ਰਿਸ਼ਤਾ ਕਾਇਮ ਕਰਨਾ ਕਿ ਸੂਰਜ ਨਾਲ ਮੇਰਾ ਬਹੁਤ ਰਿਸ਼ਤਾ ਇੰਨਾ ਗਹਿਰਾ ਹੈ ਕਿ ਉਹ ਪਿਆਰ ਤੋਂ ਵੀ ਗਹਿਰਾ ਹੈ, ਕਿਉਂਕਿ ਵਨਨੈਸ ਹੈ ਉਹਦੇ 'ਚ। ਸੋ ਇਹ ਹੋ ਗਿਆ ਤੁਹਾਡਾ ਇੱਕ ਤਰੀਕਾ। ਕਹਿੰਦਾ ਸੇਮ ਤਰੀਕਾ ਤੁਸੀਂ ਨੇਚਰ 'ਚ ਅਪਲਾਈ ਕਰ ਸਕਦੇ ਹੋ। ਤੁਸੀਂ ਤੁਰਦੇ ਫਿਰਦੇ ਹੋ, ਕੋਈ ਪਾਣੀ ਵਗ ਰਿਹਾ, ਉਹਨੂੰ ਪਾਣੀ ਦਰਿਆ ਵਗ ਰਿਹਾ, ਤੁਸੀਂ ਦਰਿਆ ਦੇ ਕੰਢੇ 'ਤੇ ਹੋ ਜਾਂ ਨਹਿਰ ਦੇ ਕੰਢੇ 'ਤੇ ਹੋ, ਫਿਰ ਉਹਨੂੰ ਇਮੈਜਨ ਕਰੋ ਵੀ ਇਹ ਦਰਿਆ ਵਗ ਰਿਹਾ, ਕਿੱਥੋਂ ਆਇਆ ਦਰਿਆ ਆਇਆ ਬੱਦਲਾਂ ਤੋਂ, ਬੱਦਲਾਂ 'ਚ ਪਾਣੀ ਪਿਆ, ਪਹਾੜਾਂ 'ਤੇ ਬਰਸਿਆ, ਪਹਾੜਾਂ ਤੋਂ ਚੱਲਿਆ, ਉਹ ਬੱਦਲ ਕਿੱਥੋਂ ਆਏ? ਸਮੁੰਦਰ 'ਚੋਂ ਆਏ, ਸਮੁੰਦਰ 'ਚੋਂ ਪਾਣੀ ਜਿਹੜਾ ਕਿਵੇਂ ਉੜਿਆ? ਸੂਰਜ ਦੇ ਸਿਰ 'ਤੇ ਉੜਿਆ, ਸੂਰਜ ਦੀ ਊਰਜਾ ਦੇ ਸਿਰ 'ਤੇ ਉੜਿਆ। ਸੂਰਜ ਨੂੰ ਊਰਜਾ ਕਿੱਥੋਂ ਲਈ? ਪਰਮਾਤਮਾ ਤੋਂ ਲਈ। ਤਾਂ ਉਹ ਜਿਹੜਾ ਦਰਿਆ ਵਗ ਰਿਹਾ ਤੁਹਾਡੇ ਤੱਕ ਆ ਰਿਹਾ, ਪਾਣੀ ਦੇ ਰਿਹਾ ਤੁਹਾਨੂੰ, ਉਹ ਵੀ ਪਰਮਾਤਮਾ ਤੋਂ ਆ ਰਿਹਾ। ਹਵਾ ਵੀ ਪਰਮਾਤਮਾ ਤੋਂ ਆ ਰਹੀ ਹੈ, ਪਾਣੀ ਵੀ ਪਰਮਾਤਮਾ ਤੋਂ ਆ ਰਿਹਾ। ਇਸ ਤਰ੍ਹਾਂ ਜੋ ਕੁਦਰਤ 'ਚ ਤੁਸੀਂ ਵਿਚਰਦੇ ਹੋ, ਦਰਖਤ ਨੇ ਤੁਹਾਨੂੰ, ਦਰਖਤ ਨੇ ਉਹਨੂੰ ਅੰਬਰੇਸ ਕਰੋ, ਉਹਨੂੰ ਜੱਫੀ ਪਾ ਕੇ ਮਿਲੋ, ਕਿਉਂਕਿ ਉਹਦੇ ਨਾਲ ਤੁਹਾਡਾ ਬਹੁਤ ਕਲੋਜ਼ ਰਿਸ਼ਤਾ ਹੈ। ਜੇ ਦਰਖਤ ਨਹੀਂ ਹੈ ਤਾਂ ਮੈਂ ਨਹੀਂ ਹਾਂ। ਦਰਖਤ ਹੀ ਮੈਨੂੰ ਹਵਾ ਦੇ ਰਹੇ ਹੈ, ਦਰਖਤ ਹੀ ਮੈਨੂੰ ਭੋਜਨ ਦੇ ਰਹੇ ਹੈ, ਅਤੇ ਮੇਰੀ ਹੋਂਦ ਸਾਰੀ ਦਰਖਤਾਂ ਨਾਲ ਜੁੜੀ ਹੋਈ ਆ। ਤਾਂ ਇਹ ਸਾਰੇ ਦਾ ਸਾਰਾ ਵਰਤਾਰਾ ਜਿਹੜਾ ਹੈਗਾ ਕਿਤੇ ਨਾ ਕਿਤੇ ਮੈਡੀਟੇਸ਼ਨ, ਇਹਨੂੰ ਮੈਡੀਟੇਸ਼ਨ ਬਣਾ ਲਿਆ। ਸਨ ਗੇਜ਼ਿੰਗ ਨੂੰ ਵੀ ਮੈਡੀਟੇਸ਼ਨ ਬਣਾ ਲਿਆ, ਕੁਦਰਤ 'ਚ ਵਿਚਰਨ ਨੂੰ ਵੀ ਮੈਡੀਟੇਸ਼ਨ ਬਣਾ ਲਿਆ। ਤਾਂ ਇਹ ਕਿਤੇ ਨਾ ਕਿਤੇ ਉਹ ਵਰਤਾਰਾ। ਇਸੇ ਤਰ੍ਹਾਂ ਅਸੀਂ ਲਿਜਾ ਸਕਦੇ ਹਾਂ ਬਾਕੀ ਜੀਵ ਜੰਤੂਆਂ ਪ੍ਰਤੀ। ਜੋ ਤੁਸੀਂ ਕਿਸੇ ਜੀਵ ਨੂੰ, ਕੋਈ ਗਾਂ ਹੈ ਤੁਹਾਨੂੰ ਦੁੱਧ ਦੇ ਰਹੀ ਹੈ, ਜਦੋਂ ਗਾਂ ਨੂੰ ਤੁਸੀਂ ਦੇਖਦੇ ਹੋ, ਉਹਦੇ 'ਤੇ ਹੱਥ ਫੇਰਦੇ ਹੋ, ਤਾਂ ਤੁਸੀਂ ਇਮੈਜਨ ਕਰੋ ਕਿ ਗਾਂ ਜਿਹੜੀ ਹੈ ਅਲਟੀਮੇਟਲੀ ਉਹ ਵੀ ਮੇਰੇ ਦੇ ਪਰਮਾਤਮਾ ਦੇ ਵਿਚਾਲੇ ਲਿੰਕ ਹੈ, ਮੈਨੂੰ ਫੂਡ ਦੇ ਰਹੀ ਹੈ। ਤਾਂ ਇਹ ਸਾਰਾ ਵਰਤਾਰਾ ਕਿਤੇ ਨਾ ਕਿਤੇ ਕਰਦੇ ਅਸੀਂ ਕਿਸ ਸਥਿਤੀ 'ਚ ਚਲੇ ਜਾਂਦੇ ਹਾਂ ਕਿ ਦੋ ਨਹੀਂ, ਮੈਂ ਇੱਕ ਮੂਲ ਨਾਲ ਜੁੜਿਆ ਹੋਇਆ, ਉਸੇ ਮੂਲ ਦਾ ਮੈਂ ਇੱਕ ਹਿੱਸਾ, ਅਤੇ ਉਸ ਮੂਲ ਦਾ ਹਿੱਸਾ ਅਤੇ ਮੇਰਾ ਮਨ ਵੀ ਜਿਹੜਾ ਫਿਰ ਅਲਟੀਮੇਟਲੀ ਮੈਂ ਉਹ 'ਚੋਂ ਮਾਈਨਸ ਹੋ ਜਾਏਗੀ। ਹੁਣ ਸਭ ਤੋਂ ਟੈਨਸ਼ਨ ਦਾ ਸੋਰਸ ਕੀ ਹੈ? ਮੈਂ, ਆਈਨੈਸ, ਕਿ ਮੈਂ ਆਪਣੇ ਆਪ ਨੂੰ ਵੱਖਰਾ ਸਮਝਦਾ, ਅਤੇ ਮੈਂ ਸਮਝਦਾ ਸਾਰੀ ਦੁਨੀਆ ਮੇਰੇ ਆਲੇ ਦੁਆਲੇ ਘੁੰਮੇ, ਮੇਰੀ ਬੀਵੀ ਵੀ ਮੇਰਾ ਖਿਆਲ ਰੱਖੇ, ਮੇਰੇ ਬੱਚੇ ਵੀ ਮੇਰਾ ਖਿਆਲ ਰੱਖਣ, ਮੇਰੇ ਦੋਸਤ ਵੀ ਮੇਰਾ ਖਿਆਲ ਰੱਖਣ। ਉਹ ਮੈਂ ਅਤੇ ਮੈਂ ਸਾਰਾ ਦਿਨ। ਅਤੇ ਜਦੋਂ ਤੁਸੀਂ ਇਹ ਸਾਰੇ ਪ੍ਰੋਸੈਸ 'ਚੋਂ ਵਿਚਰੋਗੇ ਤਾਂ ਤੁਹਾਡੀ ਮੈਂ ਜਿਹੜੀ ਹੈ ਮਰਦੀ ਇੱਕ ਦਿਨ 'ਚ ਨਹੀਂ ਹੋਏਗਾ। ਇਹ ਥਿਓਰੈਟੀਕਲੀ ਬੜਾ ਸੌਖਾ ਲੱਗਦਾ ਹੈ, ਲੇਕਿਨ ਜੇ ਤੁਸੀਂ ਇੱਥੇ ਲੈ ਕੇ ਜਾਣਾ ਉਹਨੂੰ, ਤਾਂ ਇਹ ਡੇਲੀ ਪ੍ਰੋਸੈਸ ਕਰੋਗੇ। ਡੇਲੀ ਥੋੜ੍ਹਾ ਪੂਰਾ ਤੁਹਾਡੀ ਮੈਂ ਗਿਰੇਗੀ, ਅਤੇ ਗਿਰਦੀ ਤੁਸੀਂ ਐਸੀ ਅਵਸਥਾ 'ਚ ਪਹੁੰਚ ਜਾਓਗੇ ਜਿੱਥੇ ਤੁਸੀਂ ਉਸ ਵਨਨੈਸ ਦੀ ਅਵਸਥਾ 'ਚ ਹਮੇਸ਼ਾ ਰਹੋਗੇ, ਹਰ ਪਲ ਰਹੋਗੇ। ਅਤੇ ਜਦੋਂ ਤੁਸੀਂ ਵਨਨੈਸ ਦੀ ਅਵਸਥਾ 'ਚ, ਤੁਹਾਨੂੰ ਕਾਹਦਾ ਟੈਨਸ਼ਨ ਹੈ? ਕਿਉਂਕਿ ਤੁਹਾਨੂੰ ਪਤਾ ਹੈ ਕਿ ਮੈਂ ਵਨਨੈਸ ਦਾ ਪਾਰਟ ਹਾਂ, ਅਤੇ ਵਨਨੈਸ ਮੇਰਾ ਖਿਆਲ ਰੱਖ ਲੈ, ਮੇਰੇ ਤੋਂ ਬਹੁਤ ਵੱਡਾ, ਮੇਰੇ ਤੋਂ ਬਹੁਤ ਗ੍ਰੇਟ ਹੈ। ਅਤੇ ਮੈਨੂੰ ਕੀ ਚਿੰਤਾ ਕਰਨ ਦੀ ਕਿ ਮੈਂ ਮਾਰਾਮਾਰੀ ਕਰਦਾ ਫਰੀ ਜਾਵਾਂ, ਲੋਕਾਂ ਨਾਲ ਲੜਦਾ ਫਰੀ ਜਾਵਾਂ। ਅਤੇ ਮੇਰੀ ਮਾਰਾਮਾਰੀ ਕਰਨ ਦਾ ਤਾਂ ਲੋੜ ਨਹੀਂ ਹੈ, ਕਿਉਂਕਿ ਮੈਂ ਤਾਂ ਉਹਦਾ ਬੱਚਾ, ਮੈਂ ਤਾਂ ਨਿੱਕਾ ਜਿਹਾ ਬੱਚਾ ਉਹਦਾ। ਉਹਨੂੰ ਪਤਾ ਹੈ ਕੀ ਕਰਨਾ, ਅਤੇ ਉਹ ਸਾਰੇ ਮੇਰੇ ਆਲੇ ਦੁਆਲੇ, ਉਹ ਸਾਰਾ ਅੱਗੇ ਉਹਦੇ ਨੁਮਾਇੰਦੇ ਨੇ ਸਾਰੇ, ਚਾਹੇ ਉਹ ਕਾਸਮੋਸ ਹੈ, ਚਾਹੇ ਉਹ ਧਰਤੀ ਦੇ ਵਸਦੀ ਕੁਦਰਤ ਹੈ, ਜਾਂ ਮੇਰੇ ਆਲੇ ਦੁਆਲੇ ਵਸਦਾ ਸਮਾਜ ਹੈ, ਉਹ ਸਾਰੇ ਅੱਗੇ ਦੇ ਅੱਗੇ ਨੁਮਾਇੰਦੇ ਨੇ। ਅਤੇ ਉਸੇ ਤਰ੍ਹਾਂ ਮੈਂ ਫਿਰ ਉਹਨਾਂ ਦਾ ਖਿਆਲ ਰੱਖੂੰਗਾ, ਕਿਉਂਕਿ ਉਹ ਮੇਰਾ ਖਿਆਲ ਰੱਖ ਰਹੇ, ਮੈਂ ਉਹਨਾਂ ਦਾ ਰੱਖੂੰਗਾ। ਤਾਂ ਸਿੱਧੀ ਵੀਨੈਸ ਚਲੀ ਜਾਏਗੀ, ਆਈਨੈਸ ਨਹੀਂ, ਵੀਨੈਸ। ਅਤੇ ਜਦੋਂ ਵੀਨੈਸ 'ਚ ਆ ਗਏ ਤਾਂ ਦੇयर इज़ नो ਟੈਨਸ਼ਨ। ਸੋ ਇਹ ਸਾਰਾ ਵਰਤਾਰਾ ਕਿਤੇ ਨਾ ਕਿਤੇ ਜਿਹੜਾ ਹੈ ਟਿਪਸ ਦੇ ਤੌਰ 'ਤੇ ਲੈਣਾ ਚਾਹੀਦਾ। ਡਾਕਟਰ ਸਾਹਿਬ, ਲਾਸਟ ਦੇ ਵਿੱਚ ਜੇ ਆਪਾਂ ਇਹ ਗੱਲ ਨਾ ਕੀਤੀ ਤਾਂ ਸ਼ਾਇਦ ਗੱਲ ਅਧੂਰੀ ਰਹਿ ਜਾਏਗੀ। ਖਾਣ ਪੀਣ ਦੇ ਵਿੱਚ ਜੇਕਰ ਆਪਾਂ ਅਕਸਰ ਜ਼ਿਕਰ ਕਰਦੇ ਹਾਂ ਕਿ ਮਿਲਟਸ ਔਰ ਕਾੜੇ, ਇਹ ਦੋ ਚੀਜ਼ਾਂ ਜਿਹੜੀਆਂ ਨੇ ਮੈਡੀਸਨਲ ਪਲਾਂਟਸ ਜਿਹੜੇ ਨੇ, ਇਹਦੇ ਵਿੱਚ ਇਹ ਸ਼ਾਰਟਕਟ ਜੇ ਆਪਾਂ ਇਹ ਗੱਲ ਕਰੀਏ ਤਾਂ ਇਹ ਕਿਹੜੇ ਮਿਲਟਸ ਜਾਂ ਕਿਹੜੇ ਕਾੜੇ ਜਿਹੜੇ ਨੇ ਆਪਾਂ ਨੂੰ ਤਣਾਅ ਮੁਕਤ ਕਰ ਸਕਦੇ ਨੇ? ਇਹ ਦੇਖੋ, ਮਿਲਟਸ ਦੇ ਕਾੜੇ ਨਾਲੋਂ ਮੇਰੇ ਖਿਆਲ ਨਾਲ ਮਿਲਟਸ ਦੇ ਕਾੜੇ ਤਾਂ ਹੈ ਹੀ ਨੇ ਗੁੱਡ ਫੂਡ ਦਾ ਪਾਰਟ। ਮੈਂ ਦੋ ਚੀਜ਼ਾਂ ਹੋਰ ਰਹਿ ਗਈਆਂ, 2-3, ਉਹਨਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਤਣਾਅ ਮੁਕਤ ਹੋਣ ਲਈ। ਨਿੱਕੀਆਂ ਟਿਪਸ ਨੇ। ਉਦਾਹਰਨ ਦੇ ਤੌਰ 'ਤੇ ਹੱਸਣਾ।
ਸਪੋਜ਼ ਤੁਸੀਂ ਤਣਾਅ 'ਚ ਆ ਰਹੇ ਹੋ ਤਾਂ ਆਪਣੇ ਕਮਰੇ 'ਚ ਜਾਓ, ਕੁੰਡੀ ਬੰਦ ਕਰੋ, ਹੱਸੋ। ਹੁਣ ਦੋ ਤਰੀਕੇ ਹੱਸਣ ਦੇ, ਇੱਕ ਹੈ ਲਾਊਡ ਲਾਫਿੰਗ ਤੁਹਾਨੂੰ ਆਲੇ ਦੁਆਲੇ ਦੇ ਪਾਗਲ ਸਮਝਣਾ ਸ਼ੁਰੂ ਕਰ ਦੇਣਗੇ, ਉਹ ਬੜੀ ਦਿੱਕਤ ਹੈ। ਇੱਕ ਲਾਫਟਰ ਹੁੰਦਾ ਸਾਇਲੈਂਟ ਲਾਫਟਰ, ਉਹ ਤੁਸੀਂ ਕਦੀ ਪ੍ਰੈਕਟਿਸ ਕਰੋਗੇ ਤਾਂ ਸਾਇਲੈਂਟਲੀ ਵੀ ਤੁਸੀਂ ਹੱਸ ਸਕਦੇ ਹੋ, ਆਵਾਜ਼ ਕਰੇ ਬਿਨਾਂ। ਬਿਲਕੁਲ ਅੰਦਰ ਤੁਹਾਡੇ ਉਨਾ ਹੀ ਗਹਿਰਾ ਹਾਸਾ ਆਏਗਾ, ਲੇਕਿਨ ਬਾਹਰੋਂ ਕੋਈ ਸਾਊਂਡ ਨਹੀਂ ਆਏਗੀ। ਤੁਹਾਨੂੰ ਹਾ ਕਰਨ ਦੀ ਲੋੜ ਨਹੀਂ, ਤੁਹਾਡੇ ਅੰਦਰੋਂ ਸਾਹ ਜਿਹੜਾ ਉੱਠੇਗਾ, ਲਾਫਟਰ ਉੱਦਾਂ ਹੀ ਉੱਠੇਗਾ। ਤੁਸੀਂ ਇੱਕ ਵਾਰੀ ਹੱਸੋ, ਦੂਜੀ ਵਾਰੀ ਹੱਸੋ, ਤੀਜੀ ਵਾਰੀ ਹੱਸੋ, ਚੌਥੀ ਵਾਰੀ ਹੱਸੋ, ਪੰਜਵੀਂ ਵਾਰੀ ਤੁਹਾਡਾ ਉਹ ਲਾਫਟਰ ਰੀਅਲ ਹੋ ਜਾਏਗਾ, ਨਕਲੀ ਨਹੀਂ ਰਹੇਗਾ। ਪੰਜ ਵਾਰੀ ਮਸਾਂ ਤੁਸੀਂ ਨਕਲੀ ਰੱਖ ਸਕੋਗੇ ਉਹਨੂੰ, ਉਸ ਤੋਂ ਬਾਅਦ ਉਹ ਤੁਹਾਡੇ ਅੰਦਰੋਂ ਹਾਸਾ ਉੱਠਣਾ ਸ਼ੁਰੂ ਹੋ ਜਾਏਗਾ। ਸੋ ਲਾਫਟਰ ਜਿਹੜਾ ਇਟਸ ਏ ਵੈਰੀ ਗੁੱਡ ਜਿਹੜੀ ਹੈ ਉਹ ਸਟ੍ਰੈਸ ਬਸਟਰ ਹੈ। ਇਸੇ ਤਰ੍ਹਾਂ ਡਾਂਸਿੰਗ ਹੈ। ਅਗਰ ਤੁਹਾਨੂੰ ਸਟ੍ਰੈਸ ਹੈ ਤਾਂ ਮੈਡੀਟੇਸ਼ਨਲ ਮਿਊਜ਼ਿਕ ਲਾ ਕੇ ਰੱਖੋ। ਉਹ ਡਮਡਮ ਵਾਲਾ ਮਿਊਜ਼ਿਕ ਜ਼ਿਆਦਾ ਵਧੀਆ ਨਹੀਂ ਹੁੰਦਾ। ਮੈਡੀਟੇਸ਼ਨਲ ਮਿਊਜ਼ਿਕ ਅੱਜ ਕੱਲ੍ਹ ਅਵੇਲੇਬਲ ਨੇ, ਗੂਗਲ 'ਤੇ ਵੀ ਅਵੇਲੇਬਲ ਨੇ। ਮੈਡੀਟੇਸ਼ਨਲ ਮਿਊਜ਼ਿਕਸ ਦੀਆਂ ਬਹੁਤ ਜਿਹੜੀਆਂ ਰਿਕਾਰਡਿੰਗਸ ਅਵੇਲੇਬਲ ਨੇ। ਕੋਈ ਮੈਡੀਟੇਸ਼ਨਲ ਮਿਊਜ਼ਿਕ ਲਾਓ, ਉਹਦੇ 'ਚ 10 ਮਿੰਟ 15 ਮਿੰਟ ਡਾਂਸ ਕਰੋ। ਸਟ੍ਰੈਸ ਮੁਕਤੀ ਲਈ ਜਿਹੜਾ ਡਾਂਸਿੰਗ ਜਿਹੜੀ ਹੈ ਬਹੁਤ ਜ਼ਰੂਰੀ ਹੈ। ਫਿਰ ਹੈ ਸੋਸ਼ਲਾਈਜੇਸ਼ਨ, ਕਿ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਕੋਲ ਜਾਓ, ਉਹਨਾਂ ਗੱਲਾਂ ਗੱਪਸ਼ਪ ਕਰੋ, ਉਹਦੀ ਸ਼ੇਅਰ ਕਰੋ, ਉਹਦੀ ਹੈਲਪ ਕਰੋ, ਉਹਦੇ ਨਾਲ ਬੈਠ ਕੇ ਗੌਸਿਪ ਕਰੋ। ਉਹ ਬਹੁਤ ਵਧੀਆ। ਇਸ ਤਰ੍ਹਾਂ ਤੁਹਾਡਾ ਕੋਈ ਪੈਟ ਰੱਖਿਆ ਹੋਇਆ ਤਾਂ ਪੈਟ ਨਾਲ ਖੇਡੋ। ਕੋਈ ਕੁੱਤਾ ਰੱਖਿਆ ਹੋਇਆ, ਕੋਈ ਜੇ ਅਗਰ ਮੱਝ ਰੱਖੀ ਹੋਈ, ਉਹਦੇ ਨਾਲ ਜਾਓ, ਉਹਨੂੰ ਪਿਆਰ ਕਰੋ, ਉਹਦੇ ਬਰਡ ਸਹਿਲਾਓ ਉਹਨੂੰ। ਤਾਂ ਇਸ ਕਰਕੇ ਲੋਕ ਬਿੱਲੀਆਂ ਰੱਖਦੇ ਆ, ਕੁੱਤੇ ਰੱਖਦੇ ਆ, ਤਾਂ ਬਹੁਤ ਸਾਰੇ ਜਾਨਵਰ ਜਿਹੜੇ ਲੋਕਾਂ ਨੇ ਪਾਲੇ ਹੁੰਦੇ ਆ, ਤਾਂ ਉਹ ਵੀ ਆ। ਤਾਂ ਇੱਦਾਂ ਦੀਆਂ ਜਿਹੜੀਆਂ ਟਿਪਸ ਨੇ ਉਹ ਬਹੁਤ ਜ਼ਰੂਰੀ ਨੇ ਫੋਲੋ ਕਰਨੀਆਂ। ਜਦੋਂ ਤੱਕ ਤੁਸੀਂ ਗੱਲ ਕੀਤੀ ਹੈ ਮਿਲਟਸ ਦੀ ਔਰ ਕਾੜਿਆਂ ਦੀ, ਮਿਲਟਸ ਔਰ ਕਾੜੇ ਜਿਹੜੇ ਨੇ ਇਹ ਵੰਡਰਫੁਲ ਫੂਡਸ ਨੇ, ਲੇਕਿਨ ਇਹਨੂੰ ਫੂਡ ਦੀ ਕੈਟੇਗਰੀ 'ਚ ਰੱਖਣਾ ਚਾਹੀਦਾ ਆਪਾਂ ਨੂੰ। ਜਿਹੜੀਆਂ ਉਹਨੂੰ ਸਾਈਕੋਲੋਜੀਕਲ ਟਿਪਸ ਨੇ ਉਹਨੂੰ ਆਪਾਂ ਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ, ਕਿਉਂਕਿ ਫੂਡ ਜਿੰਨਾ ਮਰਜ਼ੀ ਤੁਸੀਂ ਵਧੀਆ ਖਾ ਲਓ, ਜੇ ਤੁਸੀਂ ਸਟ੍ਰੈਸ ਮੈਨੇਜ ਨਹੀਂ ਕਰ ਪਾ ਰਹੇ ਤਾਂ ਤੁਸੀਂ ਉਹ 'ਚੋਂ ਨਹੀਂ ਨਿਕਲ ਸਕੋਗੇ ਇਕੱਲੇ ਫੂਡ ਦੇ ਸਿਰ 'ਤੇ। ਅਸੀਂ ਦੇਖਿਆ ਫੂਡ ਵਧੀਆ ਖਾ ਕੇ ਵੀ ਲੋਕ ਜਿਹੜੇ ਨੇ ਸਟ੍ਰੈਸ 'ਚ ਰਹੀ ਜਾ ਰਹੇ ਆ। ਉਹਦੇ ਲਈ ਉਹਨੂੰ ਟਿਪਸ ਦੇਣੀਆਂ ਬਹੁਤ ਜ਼ਰੂਰੀ ਨੇ। ਔਰ ਅਸੀਂ ਕੋਸ਼ਿਸ਼ ਕਰਾਂਗੇ ਇੱਥੇ ਸੈਂਟਰ 'ਚ ਵੀ ਇੱਕ ਪੈਕੇਜ ਬਣਾਈਏ, ਅਸੀਂ ਉਹਨੂੰ ਲਿਖਤੀ ਦੇ ਦਈਏ ਕਿ ਆਹ ਟਿਪਸ ਤੁਸੀਂ ਘਰ ਜਾ ਕੇ ਟਰਾਈ ਕਰੋ, ਆਹ ਟਿਪਸ ਜਿਹੜੀਆਂ ਨੇ ਆਪਣੇ ਸਟ੍ਰੈਸ ਮੈਨੇਜਮੈਂਟ ਲਈ ਟਰਾਈ ਕਰੋ। ਤਾਂ ਉਹਦੇ 'ਚ ਜਿਹੜੇ ਆਪਾਂ ਗੱਲ ਕੀਤੀ ਅੱਜ ਕਿ ਜਿਹੜਾ ਉਸ ਆਪਣੇ ਮੂਲ ਨੂੰ ਪਛਾਣਨਾ ਅਤੇ ਆਪਣੇ ਮੂਲ ਨਾਲ ਜੁੜ ਕੇ ਰਹਿਣਾ। ਔਰ ਉਹਦੇ ਲਈ ਮੈਡੀਟੇਸ਼ਨ ਜਿਹੜਾ ਟੈਕਨੀਕ ਹੈ, ਮੈਂ ਸਮਝਦਾ ਕਿ ਇਹ ਬਹੁਤ ਹੀ ਸਿੰਪਲ ਜਿਹਾ ਟੈਕਨੀਕ ਹੈ, ਕੋਈ ਔਖਾ ਨਹੀਂ ਹੈ, ਔਰ ਹਰ ਬੰਦਾ ਇਹਨੂੰ ਫੋਲੋ ਕਰ ਸਕਦਾ। ਔਰ ਜਿਹੜਾ ਵੀ ਬੰਦਾ ਫੋਲੋ ਕਰੇਗਾ ਉਹਦੇ 'ਚ ਜਿਹੜਾ ਬੰਦਾ ਕਾਲਾ ਪੈ ਗਿਆ ਉਹਨੂੰ ਦਾ ਰਿਜ਼ਲਟ ਨਹੀਂ ਮਿਲੇਗਾ ਕੋਈ ਵੀ, ਕਿਉਂਕਿ ਬੜਾ ਸ਼ੁਰੂ 'ਚ ਬੜਾ ਬੋਰਿੰਗ ਲੱਗਦਾ ਹੈ। ਸ਼ੁਰੂ 'ਚ ਬੜਾ ਬੋਰਿੰਗ ਲੱਗਦਾ ਹੈ, ਲੋਕ ਬੰਦੇ ਨੂੰ ਲੱਗਦਾ ਵੀ ਕੀ ਮੈਂ ਝੱਖ ਮਾਰੀ ਜਾ ਰਿਹਾ ਮੈਂ। ਲੇਕਿਨ ਜਦੋਂ ਤੁਸੀਂ ਇੱਕ ਪਰਟੀਕੂਲਰ ਡੇਜ਼ ਕਰ ਜਾਂਦੇ ਹੋ ਤਾਂ ਦੈਨ ਯੂ ਸਟਾਰਟ ਇੰਜੋਇੰਗ ਇਟ। ਤੁਸੀਂ ਫਿਰ ਤੁਹਾਨੂੰ ਅੱਛਾ ਲੱਗਣ ਲੱਗ ਜਾਂਦਾ ਬਹੁਤ, ਕਿਉਂਕਿ ਤੁਹਾਨੂੰ ਉਹ ਜਿਹੜੀ ਊਰਜਾ ਹੈ ਉਹ ਕਨੈਕਟ ਕਰਨ ਲੱਗ ਜਾਂਦੀ ਊਰਜਾ ਨਾਲ। ਜਦ ਤੱਕ ਤੁਸੀਂ ਊਰਜਾ ਨਾਲ ਕਨੈਕਟ ਕਰ ਰਹੇ ਹੋ, ਉਹਨੂੰ ਮਕੈਨੀਕਲੀ ਕਰ ਰਹੇ ਹੋ, ਤਦ ਤੱਕ ਤੁਸੀਂ ਨਹੀਂ ਕਰ ਪਾਓਗੇ, ਤਦ ਤੱਕ ਨਹੀਂ ਕਰ ਪਾਓਗੇ। ਅਤੇ ਉਹਦੇ 'ਚ ਬਹੁਤ ਸਾਰੀਆਂ ਓਸ਼ੋ ਦੀਆਂ ਮੈਡੀਟੇਸ਼ਨ ਨੇ ਜਿਹੜੀਆਂ ਉਹ ਬੜੀਆਂ ਵੰਡਰਫੁਲ ਨੇ। ਉਹ ਲਾਫਟਰ ਥੈਰੇਪੀ ਤਾਂ ਹੈ ਹੀ ਹੈ, ਜਿਹੜੀ ਡਾਇਨਾਮਿਕ ਮੈਡੀਟੇਸ਼ਨ ਹੈ ਉਹ 'ਚ ਐਕਟੀਵਿਟੀ ਕਰਦਾ ਬਹੁਤ ਜ਼ਿਆਦਾ। ਉਹ ਭਾਸਤਰਕਾਰ ਵਾਲੀਆਂ ਮੈਡੀਟੇਸ਼ਨ ਕਰਦੇ ਆ, ਆਰਟ ਆਫ ਲਿਵਿੰਗ ਵਾਲੇ, ਜਾਂ ਫਾਰ ਐਗਜ਼ਾਮਪਲ ਓਸ਼ੋ ਕਰਦਾ ਜਿਹੜੀ ਹੈ ਗਿਬਰਿਸ਼, ਕਿ ਬਕਵਾਸ ਕਰੋ ਕਮਰੇ 'ਚ ਬੈਠ ਕੇ, ਉੱਚੀ ਬੋਲੀ ਜਾਓ ਪੂਰਾ ਐਗਜ਼ੌਸਟ ਕਰ ਦਿਓ। ਫਿਰ ਅਲਟੀਮੇਟਲੀ ਪਰ ਸਾਰਿਆਂ 'ਚ ਅਲਟੀਮੇਟਲੀ ਇਹ ਜਿਹੜੀ ਆਪਾਂ ਮੈਡੀਟੇਸ਼ਨ ਦੀ ਗੱਲ ਕੀਤੀ ਹੈ, ਜਿਹਨੂੰ ਵਿਪਾਸਨਾ ਕਹਿ ਦਿੰਦੇ ਆ, ਆਮ ਭਾਸ਼ਾ 'ਚ ਵਿਪਾਸਨਾ ਮੈਡੀਟੇਸ਼ਨ ਕਹਿੰਦੇ ਆ। ਤਾਂ ਅਲਟੀਮੇਟਲੀ ਵਿਪਾਸਨਾ ਔਰ ਜਿਹੜੀ ਸਾਇਲੈਂਟ ਬੈਠਣਾ ਜਿਹੜਾ ਹੈ ਅੱਧਾ ਘੰਟਾ ਅਗਰ ਤੁਸੀਂ ਅੰਮ੍ਰਿਤ ਵੇਲੇ ਕੱਢ ਲਿਆ ਆਪਣੇ ਲਈ, ਤਾਂ ਮੈਂ ਸਮਝਦਾ ਕਿ ਬਹੁਤ ਵਧੀਆ ਰਿਜ਼ਲਟਸ ਆਉਣਗੇ ਔਰ ਕੋਈ ਵੀ ਸਟ੍ਰੈਸ ਇਸ ਤੋਂ ਬਾਹਰ ਨਹੀਂ ਜਾ ਸਕਦਾ। ਸੋ ਉਹ ਅੱਧਾ ਘੰਟਾ ਅਗਰ ਡਿਸਪਲਿਨ ਢੰਗ ਨਾਲ ਅਸੀਂ ਕੱਢਣਾ ਸ਼ੁਰੂ ਕਰ ਦਈਏ, ਸਵੇਰੇ ਉੱਠ ਕੇ ਇੱਕ ਵਾਰੀ ਫਰੈਸ਼ ਹੋ ਕੇ ਨਹਾ ਕੇ ਅਤੇ ਆਪਣਾ ਟਾਈਮ ਸਿਰ ਉੱਠੋ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਆਪਣੀ ਮੈਡੀਟੇਸ਼ਨ ਖਤਮ ਕਰ ਲਓ। ਅਤੇ ਉਸ ਤੋਂ ਬਾਅਦ ਜੇ ਤੁਸੀਂ ਉਸ ਤੋਂ ਉਹਨੂੰ ਉਹਦੇ 'ਚ ਐਡ ਕਰਨਾ ਚਾਹੁੰਦੇ ਹੋ ਤਾਂ ਫਿਰ ਜਿਹੜੀ ਸਨ ਗੇਜ਼ਿੰਗ ਹੈ, ਸੂਰਜ ਨੂੰ ਦੇਖ ਕੇ ਉਹਨੂੰ ਵੀ ਮੈਡੀਟੇਸ਼ਨ ਬਣਾ ਲਓ ਕਿ ਸੂਰਜ ਨਾਲ ਮੇਰਾ ਰਿਸ਼ਤੇਦਾਰੀ ਕੀ ਹੈ। ਤਾਂ ਇਹ ਮੈਂ ਸਮਝਦਾ ਕਿ ਬਹੁਤ ਵਧੀਆ ਟਿਪਸ ਹੋਣਗੀਆਂ ਜਿਹੜੀਆਂ ਕਿ ਬੰਦੇ ਨੂੰ ਤਣਾਅ ਤੋਂ ਬਚਾ ਸਕਦੀਆਂ ਨੇ। ਡਾਕਟਰ ਸਾਹਿਬ ਅਕਸਰ ਜਿਹੜਾ ਜੇ ਹੁਣ ਤੁਸੀਂ ਇਹ ਗੱਲ ਕੀਤੀ ਵੀ ਇਕੱਲਾ ਬੰਦਾ ਜਿਹੜਾ ਉਹ ਜਲਦੀ ਨਹੀਂ ਉਸ ਨੂੰ ਕਰ ਪਾਉਂਦਾ, ਬਹੁਤ ਸਮਾਂ ਲੱਗ ਜਾਂਦਾ ਹੈ ਅਸਲ ਮੈਡੀਟੇਸ਼ਨ ਦੇ ਵਿੱਚ ਆ ਕੇ ਆਪਣਾ ਮੂਲ ਪਛਾਣਨ ਲਈ। ਪਰਿਵਾਰ ਵੀ ਇਹਦੇ ਵਿੱਚ ਸਹਿਯੋਗ ਕਰ ਸਕਦਾ ਹੁੰਦਾ, ਕਿਉਂਕਿ ਪਰਿਵਾਰ ਦਾ ਇੱਕ ਬਹੁਤ ਵੱਡਾ ਰੋਲ ਰਹਿੰਦਾ। ਜੇ ਇਕੱਲਾ ਬੰਦਾ ਇਸ ਤਰ੍ਹਾਂ ਦੀ ਕੋਈ ਕਰੀ ਜਾਏਗਾ, ਜੇ ਉਹਨੂੰ ਡਿਮੋਰਲਾਈਜ਼ ਕਰੀ ਜਾਣਗੇ ਤਾਂ ਉਹ ਵੀ ਇੱਕ ਬੜਾ ਜਿਹੜਾ ਰੋਲ ਪਲੇ ਕਰ ਜਾਂਦੇ ਨੇ ਉਹਨੂੰ ਤਣਾਅ ਦੇ ਵਿੱਚ ਲਿਆਉਣ ਦੇ ਵਿੱਚ। ਅਤੇ ਤਣਾਅ ਮੁਕਤ ਕਰਨ ਦੇ ਵਿੱਚ ਪਰਿਵਾਰ ਕਿਸ ਤਰ੍ਹਾਂ ਉਹਨਾਂ ਦਾ ਸਹਿਯੋਗ ਕਰ ਸਕਦਾ ਤਣਾਅ ਵਾਲੇ ਬੰਦੇ ਨੂੰ? ਪਰਿਵਾਰ ਵੀ ਕਰ ਸਕਦਾ। ਸਮਾਜ 'ਚ ਜਿਹੜੇ ਹੁਣ ਜਾ ਕੇ ਆਪਾਂ ਭਜਨ ਚਾਂਟਿੰਗ ਕਰਦੇ ਹਾਂ, ਸ਼ਬਦ ਗਾਉਂਦੇ ਹਾਂ, ਕੀਰਤਨ ਕਰਦੇ ਹਾਂ, ਸਾਰੀਆਂ ਮੈਡੀਟੇਸ਼ਨ ਦੇ ਲੇਕਿਨ ਹੈਲਪ ਕਰਦੀਆਂ ਨੇ। ਲੇਕਿਨ ਜਿਹੜੀ ਇਸ ਤੋਂ ਤੁਸੀਂ ਇੱਕ ਸੀਮਾ ਤੋਂ ਐਡਵਾਂਸ ਨਹੀਂ ਕਰ ਸਕੋਗੇ। ਉਹ 'ਚ ਮੈਡੀਟੇਸ਼ਨ ਜੇ ਤੁਸੀਂ ਐਡਵਾਂਸ ਕਰਨਾ ਤਾਂ ਸਿੰਗਲ ਉਹੀ ਇਕੱਲੇ ਨੂੰ ਕਰਨਾ ਪਏਗਾ। ਇਹ ਇਨੀਸ਼ੀਅਲ ਵਾਸਤੇ ਬਹੁਤ ਵਧੀਆ ਨੇ। ਤੁਸੀਂ ਗਰੁੱਪ 'ਚ ਬੈਠ ਕੇ ਕਿਸੇ ਗੁਰੂ ਦੇ ਸਾਹਮਣੇ ਬੈਠ ਕੇ ਜਾਂ ਕਿਸੇ ਗ੍ਰੰਥ ਦੇ ਸਾਹਮਣੇ ਬੈਠ ਕੇ
ਚੈਂਟਿੰਗ ਕਰਦੇ ਹੋ, ਭਜਨ ਗਾਉਂਦੇ ਹੋ, ਕੀਰਤਨ ਕਰਦੇ ਹੋ, ਉਹ ਜਾਂ ਪਰਿਵਾਰ ਇਕੱਠਾ ਇਹ ਸਾਰਾ ਕੁਝ ਕਰਦਾ ਹੈ, ਜਾਂ ਪਰਿਵਾਰ ਉਹਨੂੰ ਕੋਆਪਰੇਟ ਕਰਦਾ ਹੈ, ਜਾਂ ਹੱਸਦਾ ਖੇਡਦਾ ਹੈ, ਜਾਂ ਤਣਾਅ ਮੁਕਤੀ 'ਚ ਉਹ ਤਾਂ ਬਿਲਕੁਲ ਰੋਲ ਬਿਲਕੁਲ ਹੈ ਸਭ ਦਾ। ਲੇਕਿਨ ਜਿਹੜੀ ਤੁਸੀਂ ਉਹ 'ਚ ਐਡਵਾਂਸ ਕਰਨਾ ਚਾਹੁੰਦੇ ਹੋ, ਥੋੜ੍ਹੀ ਗਹਿਰਾਈ ਲੈਣਾ ਚਾਹੁੰਦੇ ਹੋ, ਫਿਰ ਤੁਹਾਨੂੰ ਇਕੱਲੇ ਨੂੰ ਮੈਡੀਟੇਸ਼ਨ ਕਰਨੀ ਪਏਗੀ। ਫਿਰ ਉਹ ਜਿਹੜਾ ਅੱਧਾ ਘੰਟਾ ਹੈ ਉਹਦੇ 'ਚ ਕੋਈ ਤੁਹਾਡਾ ਪਾਰਟਿਸਿਪੇਟ ਨਹੀਂ ਹੋਏਗਾ, ਉਹ ਇਕੱਲੇ ਨੂੰ ਹੀ ਕਰਨੀ ਪਏਗੀ। ਡਾਕਟਰ ਸਾਹਿਬ ਤੁਸੀਂ ਨਿਊਜ਼ ਏਸ਼ੀਆ ਪੰਜਾਬੀ ਦੇ ਦਰਸ਼ਕਾਂ ਨੂੰ ਇੰਨੀ ਵਡਮੁੱਲੀ ਜਾਣਕਾਰੀ ਦਿੱਤੀ ਹੈ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸੋ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਆਪਣਾ ਮੂਲ ਕਿਵੇਂ ਪਛਾਣਨਾ ਹੈ। ਜੇ ਤਣਾਅ ਮੁਕਤ ਹੋਣਾ ਆਪਾਂ ਨੇ ਤੇ ਆਪਣਾ ਮੂਲ ਪਛਾਣਨਾ ਪਏਗਾ ਸਾਨੂੰ, ਆਪਣਾ ਆਪ ਕੀ ਹੈ, ਕਿਹੜੇ ਤਰੀਕੇ ਨੇ ਜਿਨ੍ਹਾਂ ਨਾਲ ਆਪਾਂ ਆਪਣਾ ਮੂਲ ਪਛਾਣਾਂਗੇ, ਕਿਹੜੇ ਤਰੀਕੇ ਨੇ ਜਿਹੜੇ ਅਸੀਂ ਆਪਣੇ ਆਪ ਨੂੰ ਤਣਾਅ ਮੁਕਤ ਕਰ ਸਕਦੇ ਹਾਂ। ਤਣਾਅ ਸਾਡੇ ਸਰੀਰ ਦੇ ਵਿੱਚ ਕੀ ਕਰਦਾ, ਜਿਹੜਾ ਅਸੀਂ ਇੰਨੇ ਥੱਕ ਜਾਂਦੇ ਹਾਂ, ਬੇਜ਼ਾਰ ਹੋ ਜਾਂਦੇ ਹਾਂ, ਸਾਡੇ ਕੋਲ ਉੱਠਿਆ ਤੱਕ ਨਹੀਂ ਜਾਂਦਾ, ਸਾਡਾ ਸਰੀਰ ਜਿਹੜਾ ਸਾਰਾ ਇੱਕ ਵਾਰ ਬਿਲਕੁਲ ਝੰਜੋੜਿਆ ਜਾਂਦਾ, ਖਤਮ ਹੋ ਜਾਂਦਾ। ਨੀਂਦ ਜਿਹੜੀ ਹੈ ਸਾਡੀ ਉੱਡ ਜਾਂਦੀ ਹੈਗੀ ਹੈ, ਸਾਨੂੰ ਹਰ ਪਾਸੋਂ ਜਿਹੜਾ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਵੀ ਸਾਡੀ ਦੁਨੀਆ ਖਤਮ ਹੋ ਗਈ ਹੈ। ਅਤੇ ਇਹ ਮੁੜ ਕੇ ਤੰਦਰੁਸਤੀ ਲੈਵਲ, ਦਿਮਾਗੀ ਤੰਦਰੁਸਤੀ ਲੈਵਲ ਜਿਹੜਾ ਅਸੀਂ ਕਿਸ ਤਰੀਕੇ ਨਾਲ ਹਾਸਲ ਕਰ ਸਕਦੇ ਹਾਂ, ਡਾਕਟਰ ਸਾਹਿਬ ਨੇ ਅੱਜ ਅਲੱਗ-ਅਲੱਗ ਤਰ੍ਹਾਂ ਦੀਆਂ ਟਿਪਸ ਦਿੱਤੀਆਂ ਨੇ। ਅਤੇ ਮੈਨੂੰ ਲੱਗਦਾ ਕਿ ਇਹ ਟਿਪਸ ਜਿਹੜੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਜੇਕਰ ਤੁਸੀਂ ਇਸ ਨੂੰ ਅਪਣਾਓਗੇ ਤਾਂ ਤੁਸੀਂ ਤਣਾਅ ਮੁਕਤ ਜਿਹੜੀ ਜ਼ਿੰਦਗੀ ਜਿਉਣ ਤੋਂ ਦੂਰ ਨਹੀਂ ਹੋ ਪਾਓਗੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਦਾ ਫਾਇਦਾ ਸਾਰਿਆਂ ਨੂੰ ਹੋਵੇ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।